ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਮੇਰੇ ਇਸ਼ਰਤ ਸਿੰਘ ਤੇ ਨਾਲ ਵਿਸ਼ਾਲ ਸੂਦ ਜੀ ਨੇ, ਸਾਡੇ CEO ਐਂਡ ਫਾਊਂਡਰ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਾਹੌਲ ਗਰਮਾਉਂਦਾ ਜਾ ਰਿਹਾ, ਇਲੈਕਸ਼ਨ ਨੇੜੇ ਆਉਂਦੀ ਜਾ ਰਹੀ ਹੈ। ਸੋ ਅੱਜ ਅਸੀਂ ਸੋਚਿਆ ਜਿਹੜੇ ਇਸ ਵੇਲੇ ਤੱਕ ਸਾਨੂੰ CM ਫੇਸਿਸ ਪਤਾ ਨੇ ਅਲੱਗ-ਅਲੱਗ, ਉਹਨਾਂ ਤੇ ਡਿਸਕਸ਼ਨ ਕਰੀਏ, ਫਾਇਦੇ ਨੁਕਸਾਨ ਕੀ ਉਹਨਾਂ ਦੀ ਸਟੈਂਡਿੰਗ ਹੈ ਇਸ ਵੇਲੇ। ਸੋ ਸਰ ਇਸੇ ਤਰ੍ਹਾਂ ਪੁਆਇੰਟ ਵਾਈਜ਼ ਹੀ ਸ਼ੁਰੂ ਕਰਾਂਗੇ, ਇੱਕ ਇੱਕ ਬੰਦੇ ਨੂੰ ਫੜ ਕੇ, ਰਾਈਟ? ਬਿਲਕੁਲ, ਐਬਸੋਲੂਟਲੀ। ਤੇ ਮੈਨੂੰ ਲੱਗਦਾ ਸ਼ੁਰੂਆਤ ਕਰਨੀ ਚਾਹੀਦੀ ਹੈ ਚਰਨਜੀਤ ਚੰਨੀ ਤੋਂ, ਜੋ ਕਰੰਟ CM ਨੇ। ਬਿਲਕੁਲ ਬਹੁਤ ਖਤਰੇ 'ਚ ਨੇ ਇਸ ਵੇਲੇ ED ਦੇ ਵਜੋਂ ਵੀ, ਹੈ ਨਾ। ਉਹਨਾਂ ਦਾ ਨੈਫਿਊ ਫੜਿਆ ਗਿਆ। ਪਰ ਕੀ ਲੱਗ ਰਿਹਾ ਜੇ ਆਪਾਂ ਕਰੀਏ ਕਿ ਉਹ ਅਗਲੇ CM ਹੋਣਗੇ ਤਾਂ ਕੀ ਲੱਗ ਰਿਹਾ, ਕੀ ਫਾਇਦੇ ਕੀ ਨੁਕਸਾਨ ਨੇ? ਆਪਾਂ ED ਵਾਲੇ ਪਾਰਟ ਤੇ ਥੋੜਾ ਲੇਟ ਆਨੇ ਆ। ਲੈਟਸ ਸਟਾਰਟ ਵਿਦ ਪੋਜ਼ਿਟਿਵ। ਇੱਕ ਗੱਲ ਤੇ ਚੰਨੀ ਸਾਹਿਬ ਨੇ ਪ੍ਰੂਵ ਕਰਤੀ ਹੈ, ਹੀ ਇਜ਼ ਅ ਵੈਰੀ ਸੈਵੀ ਪੋਲੀਟੀਸ਼ੀਅਨ। ਦੇਖੋ, ਇਸ ਤਰ੍ਹਾਂ ਨਹੀਂ ਹੈ, ਹੀ ਵਾਜ਼ ਅ ਕਾਮਨ ਮੈਨ, ਹੀ ਵਾਜ਼ ਐਨ MLA, he was a cabinet minister, technical education ਦੇ minister ਸਨ, ਬਿਲਕੁਲ, right, and public figure ਸਨ, but becoming after he has come into his own, ਇੱਕ ਵਾਰੀ CM ਬਣਨ ਤੋਂ ਉਹ ਉਹਨਾਂ ਨੇ ਆਪਣੇ ਐਕਚੁਅਲੀ ਟਰੂ ਕੈਪੇਬਿਲਿਟੀਜ਼ ਐਜ਼ ਅ ਪੋਲੀਟੀਸ਼ੀਅਨ ਦਿਖਾਉਣੀਆਂ ਸ਼ੁਰੂ ਕੀਤੀਆਂ। ਬਿਲਕੁਲ, ਹੀ ਵਾਜ਼ ਵੈਰੀ ਸੈਵੀ, ਹੀ ਕਨੈਕਟਡ ਵਿਦ ਪੀਪਲ। ਜੋ ਉਹਨਾਂ ਨੇ ਐਕਟੀਵਿਟੀਜ਼ ਕੀਤੀਆਂ ਕਿ ਰਸਤੇ 'ਚ ਕਿਸੇ ਦੇ ਵਿਆਹ 'ਤੇ ਰੁਕ ਗਏ। ਮੈਂ ਵੈਸੇ ਕਈ ਵਾਰੀ ਸੋਚਦਾ ਕਿ ਭੰਗੜੇ ਵੀ ਪਾਏ ਬੱਚਿਆਂ ਨਾਲ ਈਵੈਂਟਸ 'ਤੇ ਜਾ ਕੇ। ਪਹਿਲਾਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ, ਪਹਿਲੇ ਦੀ ਮੈਨੂੰ ਅਜੇ ਤੱਕ ਕੋਈ ਵੀਡੀਓ ਨਜ਼ਰ ਨਹੀਂ ਆਈ, ਪਰ ਚਲੋ CM ਬਣ ਗਏ ਸੀ। ਭੰਗੜੇ 'ਤੇ ਖੁਸ਼ੀ ਹੁੰਦੀ ਆ, ਬੰਦਾ ਭੰਗੜੇ ਪਾਉਂਦਾ ਹੀ ਆ। ਸੋ ਉਹਨਾਂ ਨੇ ਕਾਫੀ ਸੈਵੀ ਰਹੇ। ਹੀ ਕਨੈਕਟਡ ਵੈਲ ਵਿਦ ਪੀਪਲ, ਤੇ ਹੀ ਕਨੈਕਟਡ ਵੈਲ ਵਿਦ ਫੈਲੋ ਪੋਲੀਟੀਸ਼ੀਅਨ ਆਲਸੋ। ਅੱਜ ਹੀ ਵਾਜ਼ ਇਨੀਸ਼ੀਅਲੀ ਆਏ ਕਿਸ ਕਰਕੇ ਸਨ, ਹੀ ਵਾਜ਼ ਸੀਨ ਐਜ਼ ਅ ਪਰਸਨ ਹੂ ਕੁਡ ਬੀ ਮੈਨੇਜਡ ਵੈਲ, right, who was a Dalit face, and as a compromise solution, because of the war between Sidhu and Captain Amrinder Singh, he was seen as a compromise solution. He was like a night watchman, ਜਿਵੇਂ ਕ੍ਰਿਕਟ 'ਚ ਹੁੰਦਾ। Night watchman, yeah, very good analogy. So he was like a night watchman, but ਕਈ ਵਾਰੀ ਫਿਰ ਨਾਈਟ ਵਾਚਮੈਨਾਂ ਨੇ ਸੈਂਚਰੀਆਂ ਵੀ ਮਾਰੀਆਂ ਨੇ, ਤੇ ਉਹਨਾਂ ਦੀ 111 ਦਿਨ ਹੋ ਗਏ ਨੇ। ਤੇ in terms of gaining popularity, I think he has shown immense strength. Definitely. But previously also there have been some acquisitions. ਮੈਂ ਜਿੱਦਣ ED ਦੀ ਰੇਡ ਹੋਈ, I was not happy with BJP ਕਿ ਬਈ ਇਸ ਮੌਕੇ ਤੇ ਤੁਸੀਂ ED ਦੀ ਰੇਡ ਕੀਤੀ ਹੈ। ਤੇ ਮੇਰੀ ਇਹ ਡਿਸਕਸ਼ਨ ਚੱਲਦੀ ਪਈ ਸੀ ਕਿ ਫਿਰ BJP ਦੀ ਇਹ ਰਿਸਪੌਂਸਿਬਿਲਿਟੀ ਵੀ ਆ ਕਿ ਕੱਲ੍ਹ ਨੂੰ ਜੇ ਕੁਛ ਨਹੀਂ ਨਿਕਲਦਾ, ਦੱਸਣ ਕਿ ਅਸੀਂ ਰੇਡ ਪਾਈ ਸੀ ਪਰ ਮਿਲਿਆ ਕੁਛ ਨਹੀਂ। that it looked like that they were taking advantage of this whatever happened when the PM came. It might have looked like that also, but ਹੁਣ 10 ਕਰੋੜ ਰੁਪਏ ਡਿਸਕਵਰ ਹੋਏ ਨੇ। ਜੇ ਕਿਸੇ ਬੰਦੇ ਦੇ ਘਰ 10 ਕਰੋੜ ਕੈਸ਼ ਨਿਕਲਦਾ ਹੈ ਐਂਡ ਹੀ ਹੈਜ਼ ਨਾਟ ਬੀਨ ਏਬਲ ਟੂ ਡਿਨਾਈ ਕਿ ਇਹ ਮੇਰਾ ਕੈਸ਼ ਨਹੀਂ ਹੈ, ਰਾਈਟ, ਆਫ ਕੋਰਸ ਰਿਕਾਰਡਿੰਗ ਹੁੰਦੀ ਹੈ, ਪੂਰਾ ਪ੍ਰੋਸੈਸ ਹੁੰਦਾ ਹੈ। ਤੋ there a point has also been proven that there has been some level of corruption. ਬਿਲਕੁਲ। The politicians do it through their relatives, it is a known thing, ਹੈ ਨਾ। ਤੇ ਇਸ ਕਰਕੇ ਰੀਸੈਂਟਲੀ ਤੇ ਉਸ ਤੋਂ ਬਾਅਦ ਆਪਣੇ ਸਿੱਧੂ ਸਾਹਿਬ ਦਾ ਬਿਆਨ ਆ ਗਿਆ ਹੈ ਕਿ ਹੁਣ ਵੇਖੋ, ਸਿੱਧੂ ਸਾਹਿਬ ਜੀ ਦੀ ਇੱਕ ਗੱਲ ਹੈ, ਕੈਪਟਨ ਦੇ ਨਾਲ ਉਹਨਾਂ ਨੇ ਕਦੀ ਨਾ ਕਦੀ ਰਿਵੋਲਟ ਕਰ ਹੀ ਦੇਣਾ। ਅਜ਼ਹਰੁਦੀਨ ਤੋਂ ਲੈ ਕੇ ਕੈਪਟਨ ਸਾਹਿਬ ਤੋਂ ਲੈ ਕੇ ਤੇ ਹੁਣ ਚੰਨੀ ਸਾਹਿਬ, ਹੈ ਨਾ। ਹੁਣ ਇਸ ਵੇਲੇ ਚੰਨੀ ਇਜ਼ ਦੀ ਕੈਪਟਨ ਆਫ ਕਾਂਗਰਸ ਇਨ ਪੰਜਾਬ ਐਕਚੁਅਲੀ ਇਨ ਸਮ ਵੇਜ਼। ਤੇ ਉਹਨਾਂ ਨੇ ਕਿਹਾ ਕਿ ਬਈ ਜੇ ਇਹ ਨਿਕਲਿਆ ਤੇ ਜੇ ਕਰਪਸ਼ਨ ਹੈ ਤੇ ਹੀ ਹੈਜ਼ ਅਸੈਪਟਡ ਇਟ ਐਜ਼ ਅ ਕਰਪਸ਼ਨ, ਐਜ਼ ਅ ਪ੍ਰੂਫ ਆਫ ਕਰਪਸ਼ਨ, ਕਿਉਂਕਿ ਉਹਨਾਂ ਦੀਆਂ ਆਪਣੀਆਂ ਐਸਪੀਰੇਸ਼ਨਸ ਨੇ। ਬਿਲਕੁਲ, ਰਾਈਟ। ਤੇ ਚੰਨੀ ਇਨ ਹਿਜ਼ ਆਲ ਹਿਜ਼ ਇੰਟਰੈਕਸ਼ਨਸ ਵਿਦ ਮੀਡੀਆ ਹੈਜ਼ ਵੈਰੀ ਕਲੀਅਰਲੀ in a subtle way clearly told that he is not willing to give up his position as CM even post elections, and he should be seen as the face. But this one ED raid, I think, has really hampered his chances to be next CM, although they were good chances ਕਿ CM ਬਣੇ। ਉਹਨਾਂ ਨੇ ਵਧੀਆ ਕੀਤਾ ਐਂਡ ਕਾਂਗਰਸ ਉਹਨੂੰ ਇੱਕ ਟੈਲੈਂਟਡ ਪੋਲੀਟੀਸ਼ੀਅਨ ਵਾਂਗੂ ਵੇਖਣ ਲੱਗ ਪਈ ਸੀ। ਬਿਲਕੁਲ। ED ਰੇਡ ਤੋਂ ਬਿਲਕੁਲ ਪਹਿਲਾਂ ਜਿਹੜੀ ਵੀਡੀਓ ਟਵਿੱਟਰ ਤੇ ਪਾਈ ਕਾਂਗਰਸ ਨੇ, ਬੜੀ ਇੰਪੋਰਟੈਂਟ ਹੈ। ਉਹਦੇ 'ਚ ਬਿਲਕੁਲ ਸੋਨੂ ਸੂਦ ਨੂੰ ਯੂਜ਼ ਕਰਕੇ ਪ੍ਰੋਪਰ ਹੀ ਕਰਤਾ ਸੀ ਕਿ ਇਹੀ ਸਾਡਾ ਫੇਸ ਹੋਏਗਾ। ਬਟ ED ਰੇਡ ਤੋਂ ਬਾਅਦ ਫਿਰ ਬਿਆਨ ਆਉਂਦਾ ਕਿ ਨਹੀਂ, ਅਸੀਂ ਇਕੱਠੇ ਲੜਾਂਗੇ ਵਿਦਆਊਟ ਅ ਫੇਸ। ਆਈ ਥਿੰਕ CM ਚੰਨੀ ਹੁਣ CM ਨਹੀਂ ਰਹਿਣਗੇ ਉਸ ਤੋਂ ਬਾਅਦ। ਆਈ ਥਿੰਕ it has impacted it, right, and when ED raids and this kind of money comes in, ਫਿਰ ਬੀਬੀ ਜਗੀਰ ਕੌਰ ਜੀ ਦਾ ਵੀ ਬਿਆਨ ਆਇਆ ਹੈ ਇੱਕ ਬੜਾ। she is a very important leader, ਬੀਬੀ ਜਗੀਰ ਕੌਰ। she has said that Channi is the biggest middleman in rate mafia, right, ਤੇ ਇਹ ਵੀ ਬਹੁਤ ਵੱਡੀ ਐਕੁਜ਼ੀਸ਼ਨ ਹੈ ਕਮਿੰਗ ਫਰੋਮ ਸੱਚ ਸੀਨੀਅਰ। ਉਹ SGPC ਦੇ ਪ੍ਰੈਜ਼ੀਡੈਂਟ ਰਹੇ ਨੇ ਐਂਡ ਪੀਪਲ ਰਿਸਪੈਕਟ ਹਰ ਅ ਲੋਟ, ਉਹਨਾਂ ਦਾ ਕਾਫੀ ਨਾਮ ਹੈ। ਤੇ ਆਈ ਥਿੰਕ ਦਿਸ ਹੈਜ਼ ਆਲਸੋ ਕ੍ਰੀਏਟਡ ਸਮ ਕਾਈਂਡ ਆਫ ਟਰਬਲ ਐਂਡ ਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਵਾਲੀ ਵੀਡੀਓ ਵੀ, ਹੈ ਨਾ। ਤੇ ਆਫ ਕੋਰਸ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਨੇ, ਕੇਜਰੀਵਾਲ ਜੀ ਨੇ ਵੀ ਕਹਿਤਾ ਹੈ ਕਿ ਹੀ ਇਜ਼ ਅ ਕਰਪਟ ਮੈਨ। ਵੀ ਸੀ ਆਪਣੇ ਜਿਹੜੇ ਉਹਨਾਂ ਦੇ ਇੱਥੋਂ ਦੇ ਸਨ ਮਿਸਟਰ ਚੱਡਾ, ਹੀ ਹੈਜ਼ ਸੈਡ ਦੈਟ ਹੀ ਇਜ਼ ਅ ਕਰਪਟ ਮੈਨ ਜੀ,
ਰਾਈਟ ਸੋ ਦੇ एवरीवन ਇਜ਼ ਆਫ ਕੋਰਸ ਓਪੋਜੀਸ਼ਨ ਲੀਡਰਸ ਨੇ ਤਾਂ ਇਹ ਕਹਿਣਾ ਹੀ ਆ ਤੇ ਈਡੀ ਤੋਂ ਜੇ ਕੈਸ਼ ਨਿਕਲਿਆ ਉਹਦੀ ਐਕਸਪਲੇਨੇਸ਼ਨ ਦਿੱਤੀ ਜਾਵੇ ਨਹੀਂ ਤੇ ਇਟਸ clear it shows that there is something wrong ਤੇ ਪਰ ਮੈਂ ਇਹ ਕਹੂੰਗਾ ਕਿ he connects with people ਜੇ ਮੈਂ ਉਹਨਾਂ ਦੇ ਪੋਜ਼ਿਟਿਵ ਲਵਾਂ he is a savvy politician he could really help because he can bring people together not just common people he can bring politicians also together and if supported by the top high command he could be a face of a CM face for Congress ਇਹ ਉਹਨਾਂ ਦੇ ਪੋਜ਼ਿਟਿਵ ਨੇ ਬਟ ਇਹ ਸਾਰੀਆਂ ਚੀਜ਼ਾਂ ਤੇ ਦੂਜਾ ਵਿਜ਼ਨ ਦੀ ਕੁਆਲਿਟੀ ਹਜੇ ਉਹਨਾਂ ਦੀ ਪਤਾ ਨਹੀਂ ਬਿਕੋਜ਼ ਮੈਨੂੰ ਇਹ ਲੱਗਦਾ ਉਹਨਾਂ ਨੇ ਸਿਰਫ ਫਰੀਬੀਜ਼ ਵੰਡੇ ਨੇ ਰਾਈਟ ਬੇਸਿਕਲੀ ਆਖਰੀ ਕੁਝ 3 ਮਹੀਨੇ ਸੀ ਰਿਸਪੌਂਸਿਬਿਲਿਟੀ ਮੋਰਲੀ ਇਹ ਕਰਨਾ ਚਾਹੀਦਾ ਸੀ ਕਿ ਨਹੀਂ ਰਾਈਟ ਕਲੀਅਰ ਕੱਟ ਕੋਈ ਵਿਜ਼ਨ ਦੀ ਗੱਲ ਉਹਨਾਂ ਨੇ ਨਹੀਂ ਕੀਤੀ ਇਸ ਪਾਸਿਓਂ ਮੈਂ ਉਹਨਾਂ ਨੂੰ ਮੈਂ ਚਾਹੂੰਗਾ ਕਿ ਹੀ ਸ਼ੁੱਡ ਸ਼ੇਅਰ ਹਿਸ ਵਿਜ਼ਨ ਆਲਸੋ ਰੈਗੂਲਰਲੀ ਦੈਟ ਵਟ ਵਿਲ ਪੰਜਾਬ ਲੁੱਕ ਲਾਈਕ ਇਨ ਨੈਕਸਟ 5 years ਹੈ ਨਾ ਕੀ ਉਹਨਾਂ ਕੋਲ ਪਲਾਨ ਹੈਗਾ ਡੈਫੀਨਿਟਲੀ ਬਿਲਕੁਲ ਸੋ ਕਾਂਗਰਸ ਕੋਲ ਜੇ ਦੂਜੀ ਆਪਸ਼ਨ ਵੈਸੇ ਤਾਂ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਵਿਲ ਸਪ੍ਰਿੰਗ ਅ ਸਰਪ੍ਰਾਈਜ਼ ਸੀਐਮ ਫੇਸ ਲਈ ਲੇਕਿਨ ਉਹਨਾਂ ਦੀ ਆਪਾਂ ਇਸ ਵੇਲੇ ਗੱਲ ਕਰ ਸਕਦੇ ਹਾਂ ਅਦਰ ਪਪੂਲਰ ਫੇਸ ਫॉर ਕਾਂਗਰਸ ਸੀਐਮ ਨਵਜੋਤ ਸਿੰਘ ਸਿੱਧੂ ਬਾਰੇ ਕੀ ਖਿਆਲ ਹੈ ਨਵਜੋਤ ਸਿੰਘ ਸਿੱਧੂ ਬਾਰੇ ਖਿਆਲ ਹੈ ਵਾ ਕਿ ਬੇਸਿਕਲੀ ਹੀ ਐਜ਼ ਆਈ ਟੋਲਡ ਅਰਲੀਅਰ ਕੈਪਟਨ ਕੋਈ ਵੀ ਹੋਵੇ ਹੀ ਇਜ਼ ਅ ਰਿਬੈਲ ਯੈਸ but now whether he's a rebel with cause or without cause that is the question but he's definitely a rebel without a pause without a pause that is also a good one ਤੇ ਬੇਸਿਕਲੀ ਮੈਨੂੰ ਇਹ ਲੱਗਦਾ ਸੀ ਜਦੋਂ ਆਏ ਸੀ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਮੇਰਾ ਤੇ ਜਦੋਂ ਆਏ ਸੀ ਇੱਕ ਲੋਕਾਂ 'ਚ ਵੇਵ ਸੀ ਕਿ ਹੀ ਵਿਲ ਬ੍ਰਿੰਗ ਅ ਚੇਂਜ ਹੈ ਨਾ ਬਹੁਤ ਹੋਪਫੁਲ ਸਨ ਲੋਕਾਂ ਨੇ ਬੜਾ ਹੁਮ ਕੇ ਵੋਟ ਪਾਈ ਮਲਟੀਪਲ ਮੌਕੇ ਵੀ ਦਿੱਤੇ ਬਟ ਹੀ ਹੈਜ਼ ਬਿਨ ਬਿਜ਼ੀ ਵਿਦ rebelling I think he enjoys that ਹੈ ਨਾ ਤੇ ਉਦਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਿਹਾ ਕਿ when he was the urban ministry ਦੇ ਇੰਚਾਰਜ ਸਨ ਜਦੋਂ he didn't do any work ਕੋਈ ਫਾਈਲਾਂ ਸਾਈਨ ਨਹੀਂ ਕੀਤੀਆਂ with the fear of ਕਿ ਬਈ ਲੋਕੀ ਕਹਿਣਗੇ ਕਿ ਕਰਪਸ਼ਨ ਕੀਤੀ ਹੈ ਮੇਰੇ ਤੇ ਕੋਈ ਕੇਸ ਨਾ ਬਣਾਤਾ ਜਾਵੇ and that hampered the work right so it means he's worried more about his image rather than doing actual work done ਸਾਡੀ ਆਪਣੀ ਟੀਮ ਗਰਾਊਂਡ ਵਿੱਚ ਸੀਗੀ ਉਹਨਾਂ ਦੇ ਹਲਕੇ 'ਚ ਤੇ ਲੋਕੀ ਇਹੀ ਕਹਿ ਰਹੇ ਵੀ ਸਾਡਾ ਹਲਕਾ ਤਾਂ ਇਹਨੇ ਬਿਲਕੁਲ ਇਗਨੋਰ ਕਰਤਾ ਐਜ਼ ਐਨ ਐਮਐਲਏ ਜਿਹੜੀ ਡਿਵੈਲਪਮੈਂਟ ਦੀ ਸਾਨੂੰ ਉਮੀਦ ਸੀ ਉਹ ਤੱਕ ਨਹੀਂ ਹੋਈ ਸੋ ਹੁਣ ਉੱਥੇ ਦੇ ਵੋਟਰਸ ਵੀ ਨਾ ਖੁਸ਼ ਨੇ ਤੇ ਦੈਨ ਵੈਸੇ ਹਜੇ ਤੱਕ ਤਾਂ ਉਹਨਾਂ ਦਾ ਰਿਕਾਰਡ ਬੜਾ ਵਧੀਆ ਬਟ ਐਤਕੀ ਇਟ ਵਿਲ ਬੀ ਵੈਰੀ ਚੈਲੰਜਿੰਗ ਫॉर ਹਿਮ ਰਾਈਟ ਤੇ ਮੈਂ ਜੇ ਗੱਲ ਕਰਾਂ ਐਜ਼ ਅ ਸੀਐਮ ਫੇਸ ਵੇਖੋ ਜਦੋਂ ਇੱਕ ਸਟੇਟ ਚਲਾਣੀ ਹੁੰਦੀ ਹੈ ਨਾ ਇਟ ਇਜ਼ ਨਾਟ ਮਾਈ ਵੇ ਔਰ ਹਾਈਵੇ ਇਟ ਦੈਟ ਸੀਮ ਟੂ ਬੀ ਲਾਈਕ ਹਿਜ਼ ਐਟੀਟਿਊਡ ਯੈਸ ਰਾਈਟ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੜੇਗਾ ਟੀਮ ਮੈਂਬਰਸ ਨੂੰ ਨਾਲ ਓਪੋਜ਼ਿੰਗ ਵਿਊਜ਼ ਨੂੰ ਕਿਵੇਂ ਤੁਸੀਂ ਅਕਮੋਡੇਟ ਕਰਦੇ ਹੋ ਜਾਂ ਮੈਨੇਜ ਕਰਦੇ ਹੋ ਐਂਡ ਓਪੋਜ਼ਿੰਗ ਵਿਊਜ਼ ਆਰ ਇੰਪੋਰਟੈਂਟ right two heads are always better than one head definitely right Sidhu might think he is the smartest guy on planet but any other mind will only add to that value ਜੀ ਹੈ ਨਾ ਤੇ ਇਸ ਕਰਕੇ ਇਹ ਉਹਨਾਂ ਦੇ ਲਈ ਚੈਲੰਜ ਰਹੇਗਾ ਕੋਈ ਵੀ ਹਾਈ ਕਿਉਂਕਿ ਕਾਂਗਰਸ ਚੱਲਦੀ ਤੇ ਯੂ ਨੋ ਫਰੋਮ ਵਿਚ ਐਡਰੈਸ ਕਾਂਗਰਸ ਰਨਸ ਹੈ ਨਾ ਤੇ ਜੇ ਉਹਨਾਂ ਦੀ ਜੇ ਗਾਂਧੀ ਪਰਿਵਾਰ ਨੂੰ ਇਹ ਲੱਗਦਾ ਕਿ ਯਾਰ ਇਹਨੂੰ ਸਾਰਾ ਦਿਨ ਇਹਨੂੰ ਹੀ ਸਮਝਾਉਂਦੇ ਰਹਿ ਜਾਾਂਗੇ ਤੇ ਦੇ ਮਾਈਟ ਨਾਟ ਯੂ ਨੋ ਐਂਡ ਯੂ ਨੈਵਰ ਨੋ ਹੁਣ ਕਾਂਗਰਸ ਦੀ ਸਿਚੁਏਸ਼ਨ ਹੈ ਵਾ ਹਾਲਾਂਕਿ ਸਿੱਧੂ ਸਾਹਿਬ ਨੇ ਇਹ ਕਿਹਾ ਕਿ ਦੇਰ ਵਿਲ ਬੀ ਅ ਸਰਪ੍ਰਾਈਜ਼ ਐਂਡ ਹੀ ਵਾਸ ਪੁਆਇੰਟਿੰਗ ਟੁਵਰਡਸ ਹਿਮ probably ਬਟ ਦੇਰ ਮਾਈਟ ਬੀ ਅ ਸਰਪ੍ਰਾਈਜ਼ ਫॉर ਹਿਮ ਆਲਸੋ yes there might be a surprise for Channi also you never know with Congress ਬਿਲਕੁਲ because they are very very clear that you know regional politicians have to be managed well ਕੌਣ ਕਹਿਣੇ 'ਚ ਹੈ ਕੌਣ ਗੱਲ ਸੁਣਦਾ ਹੈ so you never know someone else might be there ਬਿਲਕੁਲ ਹੈ ਨਾ ਤੇ ਕਿੰਨੇ ਲੋਕੀ ਪਹਿਲਾਂ ਤਾਂ ਵੇਖੋ ਵੇਵ ਜਦੋਂ ਸ਼ੁਰੂ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਹੋਈ ਰਾਈਟ ਇਟ ਵਾਜ਼ ਅਬਾਊਟ ਕਿ ਬਈ ਅਬਾਊਟ ਬ੍ਰਿੰਗਿੰਗ ਸਿੱਧੂ ਟੂ ਪਾਵਰ ਔਰ ਮੇਕਿੰਗ ਹਿਮ ਇੰਟਰਿਮ ਸੀਐਮ ਐਂਡ ਆਲ ਦੈਟ ਬਟ ਦੈਨ he created so much of I mean ਇੰਨੀ ਜ਼ਿਆਦਾ ਉਹ ਐਂਗਸਟ ਕ੍ਰੀਏਟ ਹੋ ਗਈ ਚਾਰੋਂ ਪਾਸੇ ਇੰਨੀ ਜ਼ਿਆਦਾ ਹਰ ਪਾਸੇ ਇੰਨੀ ਐਕਟੀਵਿਟੀ ਹੋ ਗਈ ਤਾਂ ਕੰਪਰੋਮਾਈਜ਼ ਫਾਰਮੂਲਾ ਵਾਸ ਟੂ ਬ੍ਰਿੰਗ ਸਮਵਨ ਐਲਸ ਐਂਡ ਚੰਨੀ ਵਾਸ ਦੀ ਬੈਨੀਫੀਸ਼ੀਅਲ ਆਫ ਸੀਐਮ ਚੰਨੀ ਬੈਨੀਫਿਟਡ ਥਰੂ ਦੈਟ ਐਂਡ ਉਹਨਾਂ ਨੇ ਆਪਣੇ ਮੈਂ ਤਾਂ ਵੈਸੇ ਇਹ ਗੱਲ ਕਹੂੰਗਾ ਉਹਨਾਂ ਨੇ ਆਪਣੇ 111 ਦਿਨਾਂ 'ਚ ਆਪਣੇ ਆਪ ਨੂੰ ਬਹੁਤ ਵਧੀਆ ਮੈਨੇਜ ਕੀਤਾ ਹੈ ਬਟ ਪਰ if corruption charges are proven there is no excuse for that definitely ਹੈ ਨਾ then he should not be considered ਮੈਂ ਹਾਲਾਂਕਿ ਕੋਈ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕੁਝ ਵਿਜ਼ਨਰੀ ਸਟੈਪ ਲਿੱਤੇ ਨੇ ਪਰ ਪੋਲੀਟੀਕਲੀ ਉਹ ਸੈਵੀ ਨਿਕਲੇ ਨੇ ਪਪੂਲਰ ਬਹੁਤ ਹੋਏ ਨੇ ਤੇ ਇਟ ਮਾਈਟ ਹੈਵ ਕ੍ਰੀਏਟਡ ਸਮ ਇਨਸਿਕਿਉਰਿਟੀ ਵਿਦ ਮਿਸਟਰ ਨਵਜੋਤ ਸਿੰਘ ਸਿੱਧੂ ਆਲਸੋ ਯੂ ਨੈਵਰ ਨੋ ਤੇ ਮੈਂ ਜੇ ਸਿੱਧੂ ਸਾਹਿਬ ਦੀ ਜੇ ਗੱਲ ਕਰਾਂਗਾ ਹੀ ਵੁੱਡ ਲਾਈਕ ਟੂ ਪ੍ਰੂਵ ਹਿਮਸੈਲਫ ਇਹ ਮੈਂ ਉਹਨਾਂ ਦੀ ਪੋਜ਼ਿਟਿਵ ਹੈ ਪਰ ਹਜੇ ਤੱਕ ਉਹਨਾਂ ਨੇ ਕੋਈ ਵੀ ਜਦੋਂ ਮਿਨਿਸਟਰ ਬਣੇ
you know, last time also Captain Amrinder Singh said this will be my last inning and after that he will be the next guy, ਇਹ ਵੀ ਕਿਹਾ ਗਿਆ ਸੀ, and but that didn't happen, probably that incited, but ਉਹ ਨਾ ਮੈਨੂੰ ਲੱਗਦਾ ਬੋਰ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਲੱਗਦਾ ਥੋੜਾ ਕਪਿਲ ਸ਼ਰਮਾ ਸ਼ੋਅ ਕਰ ਲੈਂਦੇ ਆ, ਕਦੀ ਕੁਝ ਹੋਰ ਕਰ ਲੈਂਦੇ ਆ, ਰਾਈਟ। ਐਂਡ ਐਕਚੁਅਲੀ ਉਹ ਇੰਡੀਅਨ ਬੈਟਸਮੈਨ ਰਹੇ ਤੇ ਇੰਡੀਅਨ ਬੈਟਸਮੈਨ ਦੀ ਇਸ ਵੇਲੇ ਪ੍ਰੋਬਲਮ ਹੈ ਸਟਾਰਟ ਲੈ ਲੈਂਦੇ, ਲੰਬੀ ਪਾਰੀ ਨਹੀਂ ਖੇਲ ਪਾਉਂਦੇ। ਹਾਂ, ਉਹਨਾਂ ਦੀ ਪ੍ਰੋਬਲਮ ਦੂਜੀ ਸੀ, ਉਹਨਾਂ ਦਾ ਸਟਾਰਟ ਬੜਾ ਨਰਵਸ ਸੀ, ਖੜੇ ਖੜੇ ਸਟਾਰਟ ਕਹਿੰਦੇ ਸੀ ਉਹਨਾਂ ਨੂੰ ਜਦੋਂ ਬੈਟਿੰਗ ਕਰਦੇ ਸੀ। ਤੇ ਬਟ ਅਗੇਨ ਹੀ ਹੈਜ਼ ਅਚੀਵਡ ਸੋ ਮੈਨੀ ਥਿੰਗਸ ਇਨ ਸੋ ਮੈਨੀ ਫੀਲਡਸ, so we can hope that he will be, if he becomes a CM, he could prove himself there also, yes, right? ਭਾਵੇਂ TV ਹੋਵੇ, ਭਾਵੇਂ ਕ੍ਰਿਕਟ ਹੋਵੇ, ਭਾਵੇਂ ਪੋਲਿਟਿਕਸ ਹੋਵੇ, ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੈ, ਰਾਈਟ। ਸੋ ਹੀ ਇਜ਼ ਅ ਟੈਲੈਂਟਡ ਗਾਏ। ਤੇ ਹੁਣ ਬਟ ਇਹ ਵਾ ਕਿ ਜੇ ਉਹ ਸਾਰਾ ਦਿਨ ਆਪਣੀ ਉਹਨਾਂ ਦੀ ਈਗੋ ਦੇ ਕਾਰਨ ਜੇ ਫਾਈਟ 'ਚ ਰਹੀਆਂ ਤਾਂ ਸਟੇਟ ਦੀ ਪ੍ਰੋਗਰੈਸ ਤੇ ਬੈਕ ਸੀਟ ਤੇ ਚਲੀ ਜਾਏਗੀ। ਹੁਣ ਲੋਕਾਂ ਨੂੰ ਇਹ ਸੋਚਣਾ ਹੈ ਕਿ ਵੈਦਰ ਹਿਸ ਟੈਂਪਰਾਮੈਂਟ ਇਜ਼ ਗੁੱਡ ਇਨਫ ਟੂ ਹੈਂਡਲ ਅ ਸਟੇਟ। ਪੰਜਾਬ ਮੈਂ ਹਮੇਸ਼ਾ ਕਹਿੰਦਾ ਬੜੀ ਇੰਪੋਰਟੈਂਟ ਸਟੇਟ ਹੈ। ਪੰਜਾਬ ਦੀ ਹਾਰਮਨੀ ਗਰੋਥ ਵਿਲ ਇਫੈਕਟ ਦੀ ਗਰੋਥ ਐਂਡ ਹਾਰਮਨੀ ਆਫ ਦੀ ਇੰਟਾਇਰ ਨੇਸ਼ਨ। ਬਿਲਕੁਲ, ਐਂਡ ਆਈ ਥਿੰਕ ਇਹ ਮੇਕ ਔਰ ਬ੍ਰੇਕ ਇਲੈਕਸ਼ਨ ਹੋਣ ਵਾਲੀ ਹੈ ਸਿੱਧੂ ਲਈ। ਜੇ ਜਿੱਤ ਗਏ ਪ੍ਰੋਬੇਬਲੀ ਉਹਨਾਂ ਲਈ ਅੱਛਾ ਹੈ, ਪਰ ਜੇ ਕਾਂਗਰਸ ਹਾਰ ਗਈ ਹੈ ਇਲੈਕਸ਼ਨ ਤਾਂ ਪ੍ਰੋਬੇਬਲੀ ਸਿੱਧੂ ਦਾ ਕਰੀਅਰ ਵੀ ਖਤਮ ਹੋ ਸਕਦਾ, ਬਿਕੋਜ਼ ਦੈਨ ਦਾ ਹਾਈ ਕਮਾਂਡ ਵਿਲ ਨੋ ਵੀ ਨਾਓ ਯੂ ਆਰ ਡਨ, ਤੂੰ ਕਰ ਲਈ ਆਪਣੀ ਮਨ ਦੀ, ਹੁਣ ਹੋ ਗਿਆ। ਇਸ਼ਰਤ ਜੀ, ਪੋਲੀਟੀਸ਼ੀਅਨ ਦਾ ਕਰੀਅਰ ਨਹੀਂ ਕਦੀ ਖਤਮ ਹੁੰਦਾ, ਹੈ ਨਾ। ਕਰੀਅਰ ਸਾਡੇ ਵਰਗੇ ਲੋਕਾਂ ਦਾ ਖਤਮ ਹੈ, ਪੋਲੀਟੀਸ਼ੀਅਨ ਦਾ ਨਹੀਂ ਹੁੰਦਾ। He might switch the party. He might switch the party, he might do different things. He has so many career options. ਆਪਾਂ ਕਹਿੰਦੇ he is a talented guy. ਬਿਲਕੁਲ, ਰਾਈਟ। ਤੇ ਬਟ ਵੇਖੋ ਕਲੀਅਰ ਕੱਟ ਮੈਜੋਰਟੀ ਆਉਣ ਦੇ ਚਾਂਸਸ ਤੇ ਕਿਸੇ ਵੀ ਪਾਰਟੀ ਦੇ ਘੱਟ ਲੱਗਦੇ। ਹੁਣ ਮੈਂ ਪਿਛਲੇ ਕੁਝ 8-10 ਦਿਨਾਂ ਦੀ ਗੱਲ ਕਰਾਂ, ਸੋ ਔਨ ਗਰਾਊਂਡ ਰਿਪੋਰਟ ਸਾਡੇ ਰਿਪੋਰਟਰਸ ਦੀਆਂ ਕਹਿ ਰਹੀਆਂ ਕਿ ਬਿਗ ਅਕਾਲੀ ਵੇਵ ਇਜ਼ ਮੂਵਿੰਗ ਅਹੈਡ ਇਨ ਲਾਸਟ ਫਿਊ ਡੇਜ਼, ਰਾਈਟ। ਸੁਖਬੀਰ ਬਾਦਲ ਇਜ਼ ਗੇਨਿੰਗ ਲੋਟ ਆਫ ਮੋਮੈਂਟਮ, ਸੋ ਯੂ ਨੈਵਰ ਨੋ। ਉਹਨਾਂ ਤੇ ਵੀ ਆਵਾਂਗੇ, ਪਰ ਪਹਿਲਾਂ ਗੱਲ ਕਰ ਲਈਏ ਜਿਹੜੇ ਨਵੇਂ ਤਾਜ਼ੇ ਸੀਐਮ ਅਨਾਉਂਸ ਹੋਏ ਨੇ। ਭਗਵੰਤ ਮਾਨ ਜੀ ਸੀਐਮ ਫੇਸ, ਤੇ ਉਹਨਾਂ ਬਾਰੇ ਕੀ ਖਿਆਲ ਹੈ? ਬਹੁਤ ਹੀ ਪਹਿਲਾਂ ਬਦਨਾਮੀ ਦਾ ਦੌਰ ਰਿਹਾ ਉਹਨਾਂ ਲਈ, ਜੋ ਪਿਛਲੀ ਵਾਰ ਭਗਵੰਤ ਮਾਨ ਦਾਰੂ ਪੀਣ ਵਾਲੀਆਂ ਵੀਡੀਓਜ਼, ਬਟ ਦੈਨ ਆਈ ਥਿੰਕ ਹੀ ਡਿਡ ਅ ਸਮਾਰਟ ਥਿੰਗ ਕਿ ਮੀਡੀਆ ਅੱਗੇ ਕਹਿਤਾ ਕਿ ਹਾਂ ਮੈਂ ਕਰਦਾ ਸੀ, ਅੱਜ ਤੋਂ ਛੱਡਤਾ, ਅੱਜ ਤੋਂ ਮੇਰਾ ਪਰਿਵਾਰ ਪੰਜਾਬ ਹੀ ਹੈ, ਰਾਈਟ, ਪਰਿਵਾਰ ਵੀ ਛੱਡਤਾ ਸੀ। ਸੋ ਇਸ ਵਾਰ ਅੱਖਾਂ 'ਚ ਅੱਥਰੂ ਸੀਗੇ ਜਦੋਂ ਸੀਐਮ ਫੇਸ ਅਨਾਉਂਸ ਹੋਇਆ, ਬਟ ਡਜ਼ ਹੀ ਹੈਵ ਦੈਟ ਵਿਜ਼ਨ? ਉਹ ਸੀਐਮ ਵਾਲਾ ਤੱਥ ਹੈ ਉਹਨਾਂ 'ਚ? ਲੁੱਕ, from your question has, if you are asking this question, you understand Punjab politics, so it means there are some doubts because he is not a proven entity. But let's again, with everyone will start with some positive. He has been able to raise a lot of relevant questions. Definitely. Right? He has been able to talk something specific about vision regarding education. But what they are doing is they are saying कि भाई ਆਪਾਂ ਉੱਥੇ ਦਿੱਲੀ ਆ ਕੀਤਾ ਇੱਥੇ ਵੀ ਆ ਕਰ ਦਾਂਗੇ. But Delhi's problems are not Punjab's problems. Exactly. Right? So I have to yet to hear from him. ਪਹਿਲਾਂ ਤਾਂ ਖੈਰ ਕੇਜਰੀਵਾਲ ਦੇ ਨਾਮ ਤੇ ਵੋਟ ਮੰਗੀ ਜਾ ਰਹੀ ਸੀ, ਹੁਣ ਸੀਐਮ ਨਾਮ ਅਨਾਉਂਸ ਹੋਇਆ ਹੈ, ਕੁਝ ਮਜਬੂਰੀ ਹੋਏਗੀ, ਉਹਨਾਂ ਨੇ ਕੀਤਾ ਹੋਏਗਾ ਹੁਣ ਨਾਮ ਅਨਾਉਂਸ। ਤੇ ਆਈ ਐਮ ਯੈਟ ਟੂ ਹੀਅਰ ਫਰੋਮ ਹਿਮ ਐਨੀਥਿੰਗ ਸਪੈਸੀਫਿਕ, ਐਨੀਥਿੰਗ ਪੰਜਾਬ ਫੋਕਸਡ। ਵੇਖੋ ਡਰੱਗਸ, ਹਾਰਮਨੀ, ਬੇਅਦਬੀ, ਇਹ ਸਾਰੀਆਂ ਚੀਜ਼ਾਂ ਤਾਂ ਸਾਰੇ ਕਰਦੇ ਆਏ ਨੇ ਜੀ, ਰਾਈਟ। ਨਾਓ ਵੀ ਨੀਡ ਟੂ ਲੁੱਕ ਐਟ ਕਿ ਬਈ ਜਿਹੜਾ ਸਾਡਾ ਯੂਥ ਡਿਸਇਨਚੈਂਟਡ ਹੈ, ਹੁਣ ਵੇਖੋ ਸੀਐਮ ਇੱਕ ਰੋਲ ਮਾਡਲ ਹੋਣਾ ਚਾਹੀਦਾ, ਹੀ ਸ਼ੁੱਡ ਬੀ ਐਨ ਐਸਪੀਰੇਸ਼ਨਲ ਔਰ ਸ਼ੀ ਸ਼ੁੱਡ ਬੀ ਐਨ ਐਸਪੀਰੇਸ਼ਨਲ ਫਿਗਰ, ਬਿਲਕੁਲ, ਹੈ ਨਾ। ਤੇ ਉਹਨਾਂ ਦਾ ਨਾਮ ਉਹਦੇ ਚੋਂ ਨਿਕਲਿਆ, ਮੈਂ ਕਈ ਵਾਰੀ ਹੈਰਾਨ ਹੁੰਦਾ ਆਮ ਆਦਮੀ ਪਾਰਟੀ ਨੇ ਗੋਆ 'ਚ ਇਸ ਤਰ੍ਹਾਂ ਕਿਉਂ ਨਹੀਂ ਕੀਤਾ ਜੀ। ਵਾਈ ਇਜ਼ ਦੇਰ ਇਜ਼ ਲੈਕ ਆਫ ਕੰਸਿਸਟੈਂਸੀ। ਪੰਜਾਬ 'ਚ ਤੇ ਉਹਨਾਂ ਨੇ ਕਰਤੀਆਂ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਹੈ ਨਾ। ਇਸੇ ਕਰਕੇ ਕਈ ਵਾਰੀ ਨਾ ਤੁਸੀਂ ਤੁਹਾਡਾ ਥੋੜ੍ਹਾ ਜਿਹਾ ਯੂ ਬਿਕਮ ਸਰਟਨਲੀ ਸਿਨਿਕਲ ਅਬਾਊਟ ਪੋਲੀਟੀਕਲ ਪਾਰਟੀਜ਼, ਕਿ ਉਹ ਕਿਤੇ ਕੁਛ ਵੀ ਕਰ ਲੈਂਦੇ ਨੇ, ਹੈ ਨਾ। ਸੋ ਦੇਰ ਸ਼ੁੱਡ ਬੀ ਸਮ ਕਾਈਂਡ ਆਫ ਕੰਸਿਸਟੈਂਸੀ। ਬਟ ਚਲੋ ਕਮਿੰਗ ਬੈਕ ਟੂ ਭਗਵੰਤ ਮਾਨ ਜੀ, he has a clean image, ਹੈ ਨਾ। Now he does. Not from the alcoholism problem perspective, right? He had some those problems, and I hope he overcomes those. And but at the same time, he still has to present a vision for Punjab. Exactly. Right? What kind of leader he is, whether he'll be taken seriously, whether he has that kind of charisma that someone will say Bhagwant Mann will lead Punjab, whether people visualize him in high office and doing wonderful things for Punjab. ਇਹ ਚੀਜ਼ਾਂ ਹੋਣਗੀਆਂ, ਲੋਕਾਂ ਇਸ 'ਚ ਟਰਾਂਸਲੇਟ ਹੋਏਗਾ ਕਿ ਨਹੀਂ ਹੋਏਗਾ, ਇਹ ਵੇਖਣ ਵਾਲੀ ਗੱਲ ਹੈ। ਬਿਲਕੁਲ। ਆਮ ਆਦਮੀ ਪਾਰਟੀ ਦੀ ਵੀ ਇਜ਼ ਅ ਸਿਗਨੀਫਿਕੈਂਟ ਪਾਰਟੀ ਨਾਓ ਆਫ ਪੰਜਾਬ। ਬਿਲਕੁਲ, ਉਹਨੂੰ ਇਹ ਨਹੀਂ ਕਹਿੰਦਾ, ਹਾਲਾਂਕਿ ਕਦੀ ਪਾਵਰ 'ਚ ਨਹੀਂ ਆਏ, ਮੈਕਸਿਮਮ 20 ਸੀਟਾਂ 'ਚ ਉਹਨਾਂ ਵਿੱਚ ਸਾਰੇ ਐਮਐਲਏ ਡਿਫੈਕਟ ਕਰ ਗਏ, ਰਾਈਟ। ਬਟ ਇਟਸ ਅ ਸਿਗਨੀਫਿਕੈਂਟ ਪਾਰਟੀ। ਬਿਲਕੁਲ, ਮੈਂ ਨਾ ਇਹ 'ਚ ਕੋਈ ਦੋ ਰਾਏ ਨਹੀਂ ਹੈ। And so he becomes a serious candidate, but his lack of experience, he has not handled complex businesses, ਉਹਨਾਂ ਦਾ ਕੋਈ ਇਹੋ ਜਿਹਾ ਪ੍ਰੋਫਾਈਲ ਰਿਹਾ ਨਹੀਂ ਹੈ ਕਿ ਉਹਨਾਂ ਨੇ ਕੋਈ complex environment handle ਕੀਤਾ ਹੋਵੇ, ਬਿਲਕੁਲ, right? And
more or less he has stayed loyal to Kejriwal and Aam Aadmi Party. So probably they are also thinking कि भाई ਭਗਵੰਤ ਮਾਨ ਜੀ ਨਾਲ ਮਿਲ ਕੇ ਮੈਂ ਆਮ ਆਦਮੀ ਪਾਰਟੀ ਦਾ ਇੰਚਾਰਜ ਰਹਿ ਪਾਊਂਗਾ ਤੇ ਪੰਜਾਬ ਦੇ ਵਿੱਚ ਮੈਂ ਵੀ ਕੁਝ ਕਰ ਪਾਊਂਗਾ ਜੀ ਲੈਕ ਆਫ ਆਲਟਰਨੇਟਿਵ ਸ਼ਾਇਦ ਸੀਐਮ ਕੋਈ ਫੇਸ face ਹੈ ਹੀ ਤਾਂ ਨਹੀਂ, ਬਣ ਐਗਜ਼ੈਕਟਲੀ ਅੰਨਿਆਂ ਚੋਂ ਕਾਣਾ ਰਾਜਾ ਸ਼ਾਇਦ ਉਹ ਬਣ ਗਏ ਨੇ ਦੇਖੋ that will be bit harsh to say ਕਿ ਭਈ ਅੰਨਿਆਂ ਚੋਂ ਕਾਣਾ ਰਾਜਾ ਬਟ ਇਟ ਕ੍ਰੈਡਿਟ ਗੋਜ਼ ਟੂ ਭਗਵੰਤ ਮਾਨ ਕਿ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਐਜ਼ ਦੀ ਮੇਜਰ ਫੇਸ he has won ਲੋਕ ਸਭਾ ਇਲੈਕਸ਼ਨਸ ਹੀ ਇਜ਼ ਦੀ ਓਨਲੀ ਐਮਪੀ ਫॉर ਆਪ ਇਨ ਲੋਕ ਸਭਾ at this time. ਬਿਲਕੁਲ ਦਿਸ ਟਾਈਮ ਇਸ ਕਰਕੇ he should be given that respect for that and he has given up his career and focused full time on politics now last for few years ਤੇ ਜੇ ਉਹ ਸੀਐਮ ਬਣ ਜਾਂਦੇ ਨੇ ਫਿਰ ਇਟਸ ਅ ਵੈਰੀ ਡਿਫਰੈਂਟ ਬਾਲ ਗੇਮ ਬਿਲਕੁਲ ਦੇਖੋ ਡੈਮੋਕ੍ਰੇਸੀ ਸਿਰਫ ਹੁੰਦੀ ਇਲੈਕਸ਼ਨ ਦੇ ਦਿਨ ਤੱਕ ਉਸ ਤੋਂ ਬਾਅਦ ਪ੍ਰੋਸੈਸ ਸਿਸਟਮਸ ਐਡਮਿਨਿਸਟ੍ਰੇਸ਼ਨ ਵਿਜ਼ਨ ਸਟ੍ਰੈਟਜੀਜ਼ ਇਹ ਚੀਜ਼ਾਂ ਕੰਮ ਕਰਦੀਆਂ ਬਿਲਕੁਲ ਜਿੱਦਣ ਇਲੈਕਸ਼ਨ ਹੋ ਗਿਆ ਉਸ ਤੋਂ ਬਾਅਦ ਰੂਲਸ ਨੇ ਸੀਐਮ ਇਜ਼ ਦੀ ਬੌਸ ਹੀ ਹੈਜ਼ ਸਰਟਨ ਪਾਵਰਸ ਐਂਡ ਹੀ ਹੈਜ਼ ਟੂ ਰਨ ਦੀ ਇੰਟਾਇਰ ਗਵਰਨਮੈਂਟ ਬਿਲਕੁਲ ਰਾਈਟ ਕੀ ਉਹ ਉਹਨਾਂ ਦਾ ਰਿਸਪੈਕਟ ਆਈਐਸ ਆਫਿਸਰਸ ਦਾ ਰਿਸਪੈਕਟ ਅਰਾਊਜ਼ ਕਰ ਪਾਉਂਦੇ ਨੇ ਆਈਐਸ ਅਫਸਰ ਨੂੰ ਮੈਨੇਜ ਕਰ ਪਾਉਂਦੇ ਨੇ ਆਈਐਸ ਨੂੰ ਦੱਸ ਪਾਉਂਦੇ ਨੇ ਕੀ ਚੀਜ਼ ਹੋਣੀ ਚਾਹੀਦੀ ਹੈ ਕੱਲ ਨੂੰ ਲੈਟ ਸਪੋਜ਼ ਕਿ ਤੁਸੀਂ ਇੱਕ ਇਨਐਕਸਪੀਰੀਅੰਸ ਬੰਦੇ ਨੂੰ ਤੁਸੀਂ ਕਿਸੇ ਬਹੁਤ ਵੱਡੀ ਕੰਪਨੀ ਦਾ ਸੀਈਓ ਬਣਾ ਦਿਓ ਇਫ ਹੀ ਇਜ਼ ਨਾਟ ਏਬਲ ਟੂ ਐਂਟੀਸਪੇਟ ਦੀ ਪ੍ਰੋਬਲਮਸ ਦੈਟ ਵਿਲ ਕਮ ਇਟ ਕੈਨ ਰੂਇਨ ਦੀ ਕੰਪਨੀ ਡੈਫੀਨਿਟਲੀ ਰਾਈਟ ਤੇ ਇਸ ਤਰ੍ਹਾਂ ਹੀ ਸਟੇਟ ਦਾ ਵੀ ਇਹੋ ਹੀ ਹੁੰਦਾ ਕਿ ਇਫ ਦੇ ਆਰ ਏਬਲ ਟੂ ਐਂਟੀਸਪੇਟ ਕਿ ਵੀ ਲਾਅ ਐਂਡ ਆਰਡਰ ਦੇ ਕਿੱਥੋਂ ਇਸ਼ੂ ਆਉਂਦੇ ਨੇ ਦੂਜੇ ਪੁਰਾਣੇ ਪੋਲੀਟੀਸ਼ੀਅਨ ਕੀ ਕਰਨਗੇ ਰਾਈਟ ਤੇ ਉਹ ਹਾਰਮਨੀ ਨੂੰ ਬਣਾ ਕੇ ਰੱਖਣਾ ਲੋਕੀ ਦੇਖੋ ਪੋਲੀਟੀਕਲ ਪਾਵਰਸ ਸਪੈਸ਼ਲੀ ਪੰਜਾਬ ਦੇ ਵਿੱਚ ਇੱਕ ਐਂਟੀ ਨੈਸ਼ਨਲ ਜਿਹੜਾ ਵਿਜ਼ਨ ਜਿਹੜੀ ਪਾਕਿਸਤਾਨ ਦੀ ਹੈ ਸਾਡੇ ਲਈ ਹੈ ਨਾ ਜੋ ਸਾਡੇ ਦੇਸ਼ ਦੇ ਅਗੇਂਸਟ ਵਿਜ਼ਨ ਹੈ ਦੇ ਆਲਵੇਜ਼ ਟਰਾਈ ਟੂ ਕ੍ਰੀਏਟ ਪ੍ਰੋਬਲਮਸ ਉਨ ਚੀਜ਼ਾਂ ਨੂੰ ਵੀ ਹੈਂਡਲ ਕਰ ਪਾਉਣ ਦਾ ਐਕਸਪੀਰੀਅੰਸ ਤੇ ਮਾਦਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਨੂੰ ਸੋਚਣੀਆਂ ਚਾਹੀਦੀਆਂ ਬਿਲਕੁਲ ਆਈ ਥਿੰਕ ਇਹਨਾਂ ਕੋਲ ਇੱਕ ਮਹੀਨਾ ਜਿਹੜਾ ਹੀ ਸ਼ੁੱਡ ਵਰਕ ਕਿ ਮੈਂ ਆਪਣੀ ਲੀਡਰਸ਼ਿਪ ਸਕਿੱਲਸ ਦਿਖਾਵਾਂ ਆਮ ਆਦਮੀ ਪਾਰਟੀ ਟੁੱਟਦੀ ਰਹਿੰਦੀ ਹੈ ਮੈਂ ਦਿਖਾਵਾਂ ਕਿ ਮੈਂ ਜੋੜ ਕੇ ਰੱਖ ਸਕਦਾ ਐਂਡ ਥਰਡਲੀ ਪ੍ਰੈਜ਼ੈਂਟ ਅ ਵਿਜ਼ਨ ਕਿ ਮੈਂ ਐਕਚੁਅਲੀ ਕੀ ਕਰੂੰ ਆਪਣੇ ਆਸ-ਪਾਸ ਇੱਕ ਸਮਾਰਟ ਟੀਮ ਬਾਅਦ ਚ ਰੱਖਣ ਆਮ ਸ਼ੋਰ ਤੇ ਕੁਝ ਹੋ ਸਕਦਾ ਹੈ ਅਦਰਵਾਈਜ਼ ਹੀ ਹੈਜ਼ ਟੂ ਪ੍ਰੂਵ ਹਿਮਸੈਲਫ ਹੈ ਨਾ ਤੇ ਹੁਣ ਗੋਲ ਲੈਵੇ ਕਿ ਇੰਨੀ ਸੈਂਸਿਟਿਵ ਸਟੇਟ ਇੱਕ ਇਨਐਕਸਪੀਰੀਅੰਸ ਬੰਦਾ ਹੈਂਡਲ ਕਰ ਪਾਏਗਾ ਦੈਟ ਇਜ਼ ਦੀ ਕੁਐਸਚਨ ਦੈਟ ਪੀਪਲ ਸ਼ੁੱਡ ਆਲਵੇਜ਼ ਆਸਕ ਥੈਮਸੈਲਫ ਵਾਈਲ ਪ੍ਰੈਸਿੰਗ ਦੈਟ ਬਟਨ ਬਿਲਕੁਲ ਸੋ ਰਲਦੀ ਮਿਲਦੀ ਗੱਲ ਕਰਦੇ ਬਿਕੋਜ਼ ਆਮ ਆਦਮੀ ਪਾਰਟੀ ਹੈਜ਼ ਬੀਨ ਸੀਨ ਐਜ਼ ਐਨ ਆਲਟਰਨੇਟਿਵ ਲੋਕਾਂ ਲਈ ਜਿਹੜੇ ਕਹਿ ਲਓ ਅੱਕੇ ਪਏ ਸੀਗੇ ਰਿਵਾਇਤੀ ਪਾਰਟੀਆਂ ਤੋਂ ਬਟ ਉਹ ਚੈਲੰਜ ਕਰਨ ਲਈ ਵੀ ਹੁਣ ਕਿਸਾਨ ਆ ਗਏ ਨੇ ਸੋ ਸਾਂਝਾ ਸਮਾਜ ਮੋਰਚਾ ਦੇ ਬਲਬੀਰ ਸਿੰਘ ਰਾਜੇਵਾਲ ਜੋ ਉਹਨਾਂ ਦੇ ਸੀਐਮ ਕੈਂਡੀਡੇਟ ਨੇ ਉਹਨਾਂ ਬਾਰੇ ਕੀ ਖਿਆਲ ਹੈ ਜਿਵੇਂ ਕਈ ਵਾਰ ਸਿੱਧੂ ਜੀ ਕਰਦੇ ਨੇ ਹੈ ਨਾ ਮੋਦੀ ਦੀ ਜਗ੍ਹਾ ਉਹਨਾਂ ਨੇ ਸੋਨੀਆ ਗਾਂਧੀ ਜੀ ਨਾਮ ਪਾਤਾ ਆਪਣੀ ਸਪੀਚ ਮੈਂ ਸਾਰੀ ਗੱਲ ਹੈ ਨਾ ਅਪਾਰਟ ਫਰੋਮ ਐਮਪੀ ਕੱਢ ਕੇ ਜੇ ਪਾਦਾਂ ਉਹ ਲੈਕ ਆਫ ਐਕਸਪੀਰੀਅੰਸ ਹੀ ਹੈਜ਼ ਬੀਨ ਅ ਫਾਰਮਰ ਲੀਡਰ ਯੈਸ ਰਾਈਟ ਐਂਡ ਅ ਕੰਸਿਸਟੈਂਟ ਵਨ ਇਨ ਦੈਟ ਠੀਕ ਹੈ ਨਾ ਉਹਨਾਂ ਨੇ ਟਕੈਤ ਸਾਹਿਬ ਦੇ ਫਾਦਰ ਸਾਹਿਬ ਨਾਲ ਵੀ ਮਿਲ ਕੇ ਮੋਰਚੇ ਲਾਏ ਨੇ ਜੀ ਰਾਈਟ ਤੇ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਦੇਖੋ ਐਵਰੀਵਨ ਹੈਜ਼ ਰਾਈਟ ਟੂ ਬੀ ਪਾਰਟ ਆਫ ਡੈਮੋਕ੍ਰੈਟਿਕ ਪ੍ਰੋਸੈਸ ਹੈ ਨਾ ਰਾਜੇਵਾਲ ਜੀ ਦਾ ਵੀ ਰਾਈਟ ਬਣਦਾ ਹੈ ਬਟ ਇਟਸ ਅ ਕੀ ਫਾਰਮਰ ਮੂਵਮੈਂਟ ਡਿਲੀਟ ਹੋਏਗੀ ਅਗਲੀ ਵਾਰੀ ਉਹਦੀ ਕ੍ਰੈਡੀਬਿਲਿਟੀ ਕਿ ਤੁਸੀਂ ਫਾਰਮਰ ਮੂਵਮੈਂਟ ਦਾ ਐਡਵਾਂਟੇਜ ਲੈ ਕੇ ਆਪਣੇ ਆਪ ਨੂੰ ਪੋਲੀਟੀਕਲੀ ਸਾਬਿਤ ਕਰ ਰਹੇ ਹੋ ਹੈ ਨਾ ਦਿਸ ਕੁਐਸਚਨ ਵਿਲ ਆਲਵੇਜ਼ ਬੀ ਆਸਕਡ ਫਰਮ ਹਿਮ ਬਟ ਹਜੇ ਤੱਕ ਸੰਯੁਕਤ ਕਿਸਾਨ ਮੋਰਚਾ ਨੂੰ ਸੀਰੀਅਸ ਆਲਟਰਨੇਟਿਵ ਨਹੀਂ ਲਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਤਾਂ ਮੈਂ ਕਿਹਾ ਸਿਗਨੀਫਿਕੈਂਟ ਪਾਰਟੀ ਬਣ ਗਈ ਹੈ ਤੇ ਜੋ ਉਹਨਾਂ ਦੀਆਂ ਚੀਜ਼ਾਂ ਚੱਲਦੀਆਂ ਪਈਆਂ ਮੈਨੂੰ ਉਹ ਇੰਨੇ ਗੈਰ ਰਵਾਇਤੀ ਹੁਣ ਲੱਗਦੇ ਵੀ ਨਹੀਂ ਹੈ ਨਾ ਆਈ ਥਿੰਕ ਦੇ ਆਰ ਲਰਨਿੰਗ ਦੀ ਟ੍ਰਿਕਸ ਆਫ ਦੀ ਟ੍ਰੇਡ ਬਿਲਕੁਲ ਠੀਕ ਹੈ ਨਾ ਤੇ ਐਸ ਪਰਸਪੈਕਟਿਵ ਨਾਲ ਮੈਨੂੰ ਲੱਗਦਾ ਹੈ ਕਿ ਰਾਜੇਵਾਲ ਸਾਹਿਬ ਕਾਫੀ ਚੈਲੰਜਸ ਫੇਸ ਹੋਣਗੇ ਇਨਫੈਕਟ ਉਹਨਾਂ ਨੂੰ ਆਪਣੀ ਸੀਟ ਵੀ ਜਿੱਤਣਾ ਬਿਲਕੁਲ ਯੂ ਨੋ ਉਹਨਾਂ ਦੇ ਅਗੇਂਸਟ ਕਿਹੜੇ ਕੈਂਡੀਡੇਟਸ ਖੜੇ ਨੇ ਜੇ ਤੁਸੀਂ ਉਹਨਾਂ ਨੂੰ ਐਨਾਲਾਈਜ਼ ਕਰੋ ਐਸਟੈਬਲਿਸ਼ ਪੋਲਿਟੀ ਤੇ ਉਹ ਵੀ ਆਪਣੇ ਆਪ 'ਚ ਇੱਕ ਚੈਲੰਜ ਹੋ ਸਕਦਾ ਬਿਲਕੁਲ ਆਈ ਮੀਨ ਸਪੋਰਟ ਲੈਣਾ ਆਸਾਨ ਹੈ ਜੋ ਉਹਨਾਂ ਕੋਲ ਹੈ ਪਰ ਵੋਟ ਲੈਣਾ ਬਹੁਤ ਅਲੱਗ ਬਾਲ ਗੇਮ ਹੈ ਉਹਨਾਂ ਦਾ ਹੀ ਕੰਪੈਰੀਜ਼ਨ ਮਤਲਬ ਕਿ ਮੈਂ ਜੇ ਕਰਾਂ ਇਨ ਟਰਮਸ ਆਫ ਉਹ ਸ਼ਾਇਦ ਵੋਟ ਕਟਰ ਜ਼ਿਆਦਾ ਬਣ ਜਾਣਗੇ ਰੈਦਰ ਦੈਨ ਉਹਨਾਂ ਦਾ ਬੈਨੀਫਿਟ ਕਿਹਨੂੰ ਹੁੰਦਾ ਹੈ ਵੇਖਣ ਵਾਲੀ ਗੱਲ ਹੈ ਬਿਲਕੁਲ ਦੈਟ ਨੀਡਸ ਟੂ ਬੀ ਐਨਾਲਾਈਜ਼ਡ ਐਂਡ ਡੀਪਲੀ ਐਨਾਲਾਈਜ਼ਡ ਕਿ ਭਈ ਉਹ ਕਿਸ ਤਰ੍ਹਾਂ ਦੀ ਮੂਵਮੈਂਟ ਨੂੰ ਜੋ ਡਿਸ ਐਸੋਸੀਏਟ ਕਰਨਗੇ ਸਰਟਨ ਲੋਕਾਂ ਨੂੰ ਤੇ ਆਪਣੇ ਵੱਲ ਲੈ ਕੇ ਜਾਣਗੇ ਹੈ ਨਾ ਵੇਖੋ ਕਿਸਾਨਾਂ ਦੇ ਮੋਰਚੇ ਨਾਲ ਪੰਜਾਬ ਦੇ ਲੋਕਾਂ ਦੀ ਬਹੁਤ ਹੀ ਸਿੰਪਥੀ ਰਹੀ ਹੈ ਬਿਲਕੁਲ ਬਹੁਤ ਭਰਪੂਰ ਸਪੋਰਟ ਮਿਲੀ ਹੈ ਹਰ ਬੰਦੇ ਦੀ ਪੰਜਾਬੀ ਦੀ ਭਰਪੂਰ ਸਪੋਰਟ ਮਿਲੀ ਹੈ ਉਹ ਜਿਹੜੀ ਸਿੰਪਥੀ ਉਹ ਇਹਨਾਂ ਨੂੰ ਫਾਇਦਾ ਹੋਏਗਾ ਬਿਲਕੁਲ ਬਟ ਆਈ ਡੋਂਟ ਥਿੰਕ it will have that critical mass in most of the देखो any कहना तो थोड़ा harsh हो जाएगा in most of the constituencies where they could be number one candidate I doubt it ਬਿਲਕੁਲ ਸਹੀ ਗੱਲ ਹੈ ਆਈ ਮੀਨ 5 ਦਹਾਕਿਆਂ ਤੋਂ ਇਹ ਕਿਸਾਨ ਲੀਡਰ ਰਹੇ ਨੇ ਉਹ ਸਿੰਪਥੀ ਹੈ ਉਹ ਸਪੋਰਟ ਹੈ ਪਰ ਉਹੀ ਗੱਲ ਸਪੋਰਟ ਤੇ ਵੋਟ ਵਿੱਚ ਜਿਹੜਾ ਫਰਕ ਹੈ ਉਹ ਫਾਸਲਾ ਤੈਅ ਕਰਨਾ ਮੁਸ਼ਕਿਲ ਹੋਣ ਵਾਲਾ ਇਹਨਾਂ ਲਈ ਐਂਡ ਆਲਸੋ ਇਹਨਾਂ ਨੇ ਕੋਈ ਮੈਨੀਫੈਸਟੋ ਵੀ ਨਹੀਂ ਪੇਸ਼ ਕੀਤਾ ਬਿਲਕੁਲ ਰਾਈਟ ਸੋ ਹੁਣ ਆ ਜਾਣੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰੋਬੇਬਲੀ ਸੌਰੀ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਹੁਣ ਰਾਜੇਵਾਲ ਸਾਹਿਬ ਕਿਸਾਨ ਲੀਡਰ ਰਹੇ ਨੇ ਹੈ ਨਾ
किसानी इज़ अ वेरी रिस्पैक्टफुल बट स्टिल अ ट्रेड, राइट, वन प्रोफैशन ਜੀ है ना। तो हुण इन्हां दा बायस बहुत ज़्यादा सबसिडीज़ ਜਾਂ ਬਹੁਤ ਜ਼ਿਆਦਾ ਹੋ ਜੇ ਤੇ ਉਹ ਇੰਬੈਲੈਂਸ ਵੀ ਕ੍ਰੀਏਟ ਕਰ ਸਕਦਾ, ਰਾਈਟ। ਇਫ ਯੂ ਡੋਂਟ ਹੈਵ ਵਿਜ਼ਨ ਫॉर ਐਨੀ ਅਦਰ, ਯੂ ਨੋ, ਸਾਰੀ ਜ਼ਿੰਦਗੀ ਤੁਸੀਂ ਕਿਸਾਨ ਲੀਡਰ ਹੀ ਰਹੇ ਹੋ, ਸਾਰਾ ਦਿਨ ਕਿਸਾਨੀ ਬਾਰੇ ਸੋਚਿਆ, ਕਿਸਾਨਾਂ ਬਾਰੇ ਸੋਚਿਆ ਹੈ, ਰਾਈਟ, ਤੇ ਉਹ ਕਿਤੇ ਨਾ ਕਿਤੇ ਇੱਕ ਬਾਇਸ ਰਹਿ ਜਾਏਗਾ ਵਿਚ ਕੈਨ ਇੰਪੈਕਟ ਦੀ ਸਸਟੇਨੇਬਿਲਿਟੀ ਆਫ ਆਰ ਲੈਂਡ, ਆਫ ਆਰ ਕੁਆਲਿਟੀ ਆਫ ਆਰ ਫਾਰਮਿੰਗ, ਬਿਕੋਜ਼ ਲੋਟ ਆਫ ਫਰੀਬੀਜ਼ ਮਾਈਟ ਬੀ ਆਫਰਡ, ਕਿਉਂਕਿ ਉਹਨਾਂ ਦੀ ਕੋਰ ਕੌਨਸਟੀਚੁਐਂਸੀ ਹੈ, ਉਹ ਫਿਊਚਰ 'ਚ ਪੂਰੇ ਪੰਜਾਬ ਦਾ ਨੁਕਸਾਨ ਕਰ ਸਕਦੀ ਚੀਜ਼, ਜੀ, ਹੈ ਨਾ। that thing need to be thought about by people from other professions also. ਜੀ। ਸੋ ਬੀਜੇਪੀ ਪੰਜਾਬ ਲੋਕ ਕਾਂਗਰਸ ਤੇ ਆ ਜਾਂਦੇ ਆ, ਪ੍ਰੋਬੇਬਲੀ ਕੈਪਟਨ ਅਮਰਿੰਦਰ ਸਿੰਘ ਨਾ ਹੋਣ, ਲੇਕਿਨ ਸੀਨੀਅਰ ਲੀਡਰ Let's assume he is. ਲੈਟਸ Yeah, ਅਸਿਊਮ ਵੀ ਉਹੀ ਹਾਂ, ਹੋਣਗੇ, ਬਿਲਕੁਲ, ਰਾਈਟ। ਹਾਂ। ਸੋ ਐਂਟੀ ਇਨਕੰਬੈਂਸੀ ਫੇਸ ਕਰ ਵੀ ਰਹੇ ਸੀਗੇ, ਕਾਂਗਰਸ ਚੋਂ ਕੱਢੇ ਵੀ ਗਏ, ਹਿਜ਼ ਪੋਪੂਲੈਰਿਟੀ ਹੈਜ਼ ਟੇਕਨ ਅ ਬੀਟਿੰਗ, ਬਟ ਇਫ ਹੀ ਕਮਸ ਟੂ ਪਾਵਰ, ਕੀ ਲੱਗਦਾ? देखो, when you say his popularity has taken a beating, I would like to know any empirical evidence or some survey around it, because I have not come across anything like that. ਤੇ ਮੈਨੂੰ ਦੂਜਾ ਇੱਕ ਚੀਜ਼ ਲੱਗਦੀ ਹੈ, ਮੈਂ ਕਈ ਵਾਰੀ ਸੋਚਦਾ ਕਿ ਜਿਹੜੇ ਉਹਨਾਂ ਦੀ ਨਾ ਇੱਕ ਨੈਚੁਰਲ ਅਫਿਨਿਟੀ ਵੀ ਹੈ ਬੀਜੇਪੀ ਤੇ ਕੈਪਟਨ ਅਮਰਿੰਦਰ ਸਾਹਿਬ ਦੀ, ਨਾ ਇੱਕ ਨੈਚੁਰਲ ਇੱਕ ਸੋਚ, ਇੱਕ ਨੈਸ਼ਨਲਿਸਟ ਦੀ ਜਿਹੜੀ ਸੋਚ ਹੈ ਨਾ, ਉਹ ਇੱਕ ਨੈਚੁਰਲ ਐਸੋਸੀਏਸ਼ਨ ਜੀ, ਸਿੰਫਨੀ ਜੀ ਬਣਦੀ ਸੀ ਹਮੇਸ਼ਾ ਹੀ। ਈਵਨ ਵੈਨ ਹੀ ਵਾਜ਼ ਵਿਦ ਕਾਂਗਰਸ, ਲੋਟ ਆਫ ਟਾਈਮਸ ਹੀ ਐਗਰੀਡ ਵਿਦ ਵਟ ਬੀਜੇਪੀ ਡਿਡ, ਬਿਕੋਜ਼ ਹੀ ਇਜ਼ ਅ ਨੈਸ਼ਨਲਿਸਟ ਐਂਡ ਹੀ ਥੋਟ ਦੈਟ ਥੀਸ ਥਿੰਗਸ ਆਰ ਇਨ ਨੈਸ਼ਨਲ ਇੰਟਰਸਟ, ਹੈ ਨਾ। ਇਹ ਵੇਖੋ, ਉਹਨਾਂ ਦੀ ਦੇਸ਼ ਭਗਤੀ ਨੂੰ ਕੋਈ ਨਹੀਂ ਕੁਐਸਚਨ ਕਰ ਸਕਦਾ। ਤੇ ਪੋਪੂਲੈਰਿਟੀ ਵਧੀ ਹੈ ਜਾਂ ਘਟੀ ਹੈ, that there is no empirical evidence to present, है ना। so let's not say that ਉਹ ਘਟੀ ਹੈ ਜਾਂ ਵਧੀ ਹੈ, let it be, ਆਪਾਂ assume ਕਰ ਲੈਣਾ ਜਿੰਨੀ ਹੋਣ, ਰਾਈਟ। ਇਹ ਗੱਲ ਰਹੀ ਹੈ ਕਿ he has lot of administrative experience, ਜੀ, ਰਾਈਟ। ਜਿਹੜੇ ਇਲੈਕਸ਼ਨ ਉਹਨਾਂ ਨੇ ਜਿੱਤੇ ਨੇ ਪੋਸੀਬਲ ਹੀ ਨਹੀਂ ਸੀ ਜਦੋਂ ਕਾਂਗਰਸ ਬਿਲਕੁਲ ਖਤਮ ਹੋ ਰਹੀ ਸੀ, ਯੂ ਨੋ, ਲੇਟ ਅਰੁਣ ਜੇਟਲੀ ਜੀ ਨੂੰ ਉਹਨਾਂ ਨੇ ਅੰਮ੍ਰਿਤਸਰ 'ਚ ਜਾ ਕੇ ਹਰਾਤਾ ਜੀ। ਕਾਂਗਰਸ ਦੀ ਵੇਵ ਨਹੀਂ ਸੀ, ਮੋਦੀ ਦੀ ਵੇਵ ਸੀ, ਬਿਲਕੁਲ, ਰਾਈਟ। ਫਿਰ ਪੰਜਾਬ 'ਚ ਕਾਂਗਰਸ ਨੂੰ ਲੈ ਆਏ, ਪਿਛਲੀ ਵਾਰ ਤਾਂ ਉਹਨਾਂ ਕਰਕੇ ਕਹਿ ਸਕਦੇ ਹਾਂ, ਉਹਨਾਂ ਕਰਕੇ ਹੀ, ਐਬਸੋਲੂਟਲੀ। ਸੋ ਹਿਸ ਕੰਟਰੀਬਿਊਸ਼ਨ ਹੈਜ਼ ਬੀਨ ਇਮੈਂਸ, ਬਿਲਕੁਲ, ਨੋ ਡਾਊਟ, ਰਾਈਟ। ਹੀ ਹੈਜ਼ ਦੀ ਐਕਸਪੀਰੀਅੰਸ, ਹੀ ਇਜ਼ ਅ ਨੈਸ਼ਨਲਿਸਟ। ਅਗੇਨ, ਜੇ ਬਾਰਡਰ ਸਟੇਟ ਹੈ ਤੇ ਇੱਕ ਨੈਸ਼ਨਲਿਸਟ ਲੀਡਰ ਚਾਹੀਦਾ ਤੁਹਾਨੂੰ, ਰਾਈਟ। ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਸਮਨ ਹੂ ਥਿੰਕਸ ਐਟ, ਲੁਕਸ ਐਟ ਦ ਬਿਗਰ ਪਿਕਚਰ, ਹੂ ਅੰਡਰਸਟੈਂਡਸ ਦ ਬਿਗਰ ਪਿਕਚਰ। ਤੇ ਹੀ ਹੈਜ਼ ਬੀਨ ਬਿਟ ਇਨਡਿਫਰੈਂਟ in last 4.5 years when everyone said that he has not been approachable. It could be seen in two ways. One is he was letting the government being run by bureaucrats and he was not doing any favors to anyone, to politicians who ਜਿਹੜਾ ਆਂਦੇ ਨਹੀਂ ਸਾਡਾ ਇਹ ਕੰਮ ਕਰਾਓ, ਕੰਮ ਕਰਾਓ। Second was that he had no, but ਜਿਹੜੇ ਸਾਡੇ ਇਕਨੋਮਿਕ ਰਿਜ਼ਲਟਸ ਵਗੈਰਾ ਆਏ ਨੇ, ਉਸ ਪਰਸਪੈਕਟਿਵ ਨਾਲ ਇਹ ਵੀ ਹੋਇਆ ਕਿ since there was no present leadership, he was not there, he was kind of indifferent, ਉਹਦੇ ਕਾਰਨ ਪੰਜਾਬ ਨੇ ਸਫਰ ਵੀ ਕੀਤਾ, ਬਿਲਕੁਲ, ਰਾਈਟ। ਸਾਡੀ ਐਜੂਕੇਸ਼ਨ, ਹੈਲਥ, ਇਹ ਸਾਰੇ ਚੀਜ਼ਾਂ 'ਚ ਵੀ ਹੈਵ ਬੀਨ ਅ ਲੈਗਡ ਕੰਪੇਅਰਡ ਟੂ ਅਦਰ ਸਟੇਟਸ, ਹੈ ਨਾ। ਤੇ he needs to really prove that this time he will be serious about it, ਬਟ ਉਹਨਾਂ ਨੇ ਕੋਈ ਬਹੁਤ ਐਕਟਿਵਲੀ ਉਹ ਕੈਂਪੇਨ ਵੀ ਨਹੀਂ ਕਰਦੇ ਪਏ, that needs to be seen। ਤੇ now coming to, ਕਿਉਂਕਿ ਹਾਲਾਂਕਿ ਉਹਨਾਂ ਦੀ ਪਾਰਟੀ ਤੇ ਬੀਜੇਪੀ ਦੀ ਅਲਾਇੰਸ ਹੋਏਗੀ, ਬੀਜੇਪੀ ਨੂੰ ਸ਼ਾਇਦ ਉਹ ਜ਼ਿਆਦਾ ਸੀਟਾਂ ਦੇ ਰਹੇ ਨੇ, ਇਹ ਵੀ ਆਈ ਥਿੰਕ ਮੋਰ ਔਰ ਲੈਸ ਹੈਜ਼ ਬੀਨ ਡਿਸਾਈਡਡ। BJP is going to be a significant party in Punjab. ਉਹਦਾ ਰੀਜ਼ਨ ਹੈ the people who adhere to BJP vision। ਵੇਖੋ, ਜਿਹੜੇ ਮੈਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ, they are very vociferous, they are very vocal on social media and other platforms. BJP slightly right wing, slightly right to the center aligned party ਆ। ਇਹਨਾਂ ਦੇ ਜਿਹੜੇ ਸਪੋਰਟਰ ਹੁੰਦੇ ਨੇ ਉਹ ਸਾਇਲੈਂਟ ਟਾਈਪ ਹੁੰਦੇ ਨੇ, they don't spend time on social media। ਉਹਨਾਂ ਦੇ ਆਪਣੇ IT ਸੈੱਲ ਵਾਲੇ ਬੋਲਦੇ ਰਹਿੰਦੇ ਹੋਣਗੇ ਤੇ ਉਹ ਫਿਰ ਥੋੜੇ ਐਕਸਟ੍ਰੀਮ ਲੱਗਦੇ ਨੇ, ਬਟ ਲੋਟ ਆਫ ਪੀਪਲ ਬਿਲੀਵ ਇਨ ਨੈਸ਼ਨਲਿਸਟ ਵਿਜ਼ਨ। ਪੜ੍ਹੇ ਲਿਖੇ ਲੋਕੀ ਨੇ, ਯੂ ਨੋ, ਫਰੋਮ ਹਿੰਦੂ ਸਿੱਖ ਕਮਿਊਨਿਟੀ ਹੂ ਬਿਲੀਵ ਦੈਟ ਵੀ ਸ਼ੁੱਡ ਹੈਵ ਐਨ ਇੰਟੀਗ੍ਰੇਟਿਡ ਨੈਸ਼ਨਲ ਵਿਜ਼ਨ ਅਲੋਂਗ ਵਿਦ ਹਿੰਦੂ ਸਿੱਖ ਹਾਰਮਨੀ। ਸੋ ਇਸ ਪਰਸਪੈਕਟਿਵ ਨਾਲ BJP ਦਾ ਰੋਲ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਪੋਲੀਟਿਕਸ 'ਚ। ਤੇ ਜਿਹੜੇ ਸਰਵੇ ਵਗੈਰਾ ਕਈ ਦੱਸਦੇ ਨੇ ਇੱਕ ਸੀਟ ਨਹੀਂ ਆਉਣੀ, ਹੁਣ ਡਾਊਟ ਕਿ ਬਈ ਇਸ ਤਰ੍ਹਾਂ ਹੋਏਗਾ। ਦੇ ਆਰ ਗੋਇੰਗ ਟੂ ਬੀ ਅ ਡਾਰਕ ਹਾਰਸ, ਰਾਈਟ। ਸੋ ਆਈ ਥਿੰਕ that will be, ਇਹ ਪਾਰਟੀ ਦੀ ਅਲਾਈਨਮੈਂਟ, ਇਸ ਗਰੁੱਪ ਦੀ ਅਲਾਈਨਮੈਂਟ ਆਟੋਮੈਟਿਕਲੀ ਕੁਛ ਹੋਰ ਪਾਰਟੀਆਂ ਨਾਲ ਵੀ ਬਣਦੀ ਆ। ਯੂ ਨੈਵਰ ਨੋ that BJP through Captain Amarinder Singh and his party might be, ਹੁਣ ਉਹਨਾਂ ਦੇ ਕੈਂਡੀਡੇਟ ਅਨਾਊਂਸ ਹੋਣਗੇ, ਪਤਾ ਲੱਗਣਾ ਸ਼ੁਰੂ ਹੋ ਜਾਏਗਾ, might be a dark horse
and might become one of the parties or groups responsible for forming the government in Punjab. ਬਿਲਕੁਲ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਵੋਟਾਂ ਕੱਟਣ ਵਾਲੀ ਪਾਰਟੀਆਂ ਇਸ ਵਾਰ ਬਹੁਤ ਨੇ, ਉਹਦਾ ਫਾਇਦਾ ਬੀਜੇਪੀ ਨੂੰ ਮਿਲ ਸਕਦਾ, ਬੀਜੇਪੀ ਨੂੰ ਤੇ ਪੰਜਾਬ ਲੋਕ ਕਾਂਗਰਸ ਮਿਲ ਸਕਦਾ ਹੈ ਨਾ, ਇਹਨਾਂ ਨੂੰ ਮਿਲ ਸਕਦਾ ਹੈ। ਤੇ ਇਹਨਾਂ ਦੀ ਆਪਣੀ ਬਹੁਤ ਸਿਗਨੀਫੀਕੈਂਟ ਬੇਸ ਹੈ, ਬਹੁਤ ਮਤਲਬ ਇਸਟੈਬਲਿਸ਼ ਪਾਰਟੀਆਂ ਨੇ, ਇਹਨਾਂ ਦੇ ਜਿਹੜੇ ਲੋਕਲ ਲੀਡਰਸ ਨੇ ਦੇ ਹੈਵ ਵੈਰੀ ਗੁੱਡ ਕਲਾਊਟ ਜੀ, ਰਾਈਟ, ਤੇ ਦੇ ਕੈਨ ਬੀ ਵਨ ਆਫ ਦੀ ਪੀਪਲ ਹੂ ਆਰ ਇੰਪੋਰਟੈਂਟ। ਜੇ ਕਿੰਗ ਨਹੀਂ ਤੇ ਕਿੰਗ ਮੇਕਰਸ ਤੇ ਬਣ ਹੀ ਸਕਦੇ ਨੇ ਜੀ। ਹੁਣ ਤੱਕ 10% ਵੋਟ ਸ਼ੇਅਰ ਬੀਜੇਪੀ ਦਾ ਮੈਕਸਿਮਮ ਰਿਹਾ ਪੰਜਾਬ 'ਚ, ਆਈ ਥਿੰਕ ਉਹ ਇਸ ਵਾਰ ਇਨਕਰੀਜ਼ ਹੋ ਸਕਦਾ ਤੇ ਉਹ ਦੇਖਣਾ ਬਹੁਤ ਇੰਟਰਸਟਿੰਗ ਹੋਏਗਾ ਇਸ ਵਾਰ। ਬਿਲਕੁਲ, ਦੇਖੋ ਮੋਦੀ ਦੀ ਪਪੂਲੈਰਿਟੀ ਨੂੰ ਨੋ ਵਨ ਕੈਨ ਕੁਐਸਚਨ ਹੈ ਨਾ, ਇੱਕ ਬੜਾ ਹੀ ਵੋਕਲ ਕਰਾਊਡ ਹੋ ਗਿਆ ਹੁਣ ਪੰਜਾਬ ਦਾ ਜਿਹੜਾ ਐਂਟੀ ਮੋਦੀ ਹੋ ਗਿਆ ਹੈ। ਫੇਅਰ ਇਨਫ, ਨੋ ਵਰੀ, ਯੂ ਹੈਵ ਟੇਕਨ ਅ ਡਿਸੀਜਨ ਵਿਚ ਹੈਜ਼ ਨਾਟ ਵਰਕਡ, ਜਿਹੜਾ ਲੋਕਾਂ ਨੂੰ ਨਹੀਂ ਪਸੰਦ ਆਇਆ ਤੇ ਯੂ ਪੇ ਦੀ ਪ੍ਰਾਈਸ ਪਰ ਇਹ ਦਿਸ ਇਜ਼ ਪਾਰਟ ਆਫ ਦੀ ਪੋਲੀਟਿਕਸ। ਐਂਡ ਉਹਨਾਂ ਨੇ ਉਹਨੂੰ ਬੜੇ ਵਧੀਆ ਐਲੀਗੈਂਟ ਤਰੀਕੇ ਨਾਲ ਹੈਂਡਲ ਕੀਤਾ। ਗੁਰਪੁਰਬ ਵਾਲੇ ਦਿਨ ਮਾਫੀ ਮੰਗੀ ਆ, ਹੀ ਹੈਜ਼ ਟੇਕਨ ਇਟ ਬੈਕ ਐਂਡ ਹੀ ਹੈਜ਼ ਸਟਿਲ ਅਗੇਨ ਕਿ ਬਈ ਇਹ ਫਾਰਮ ਲਾਜ਼ ਸਮਟਾਈਮਸ ਯੂ ਆਰ ਨੋਟ ਏਬਲ ਟੂ ਕਨਵਿੰਸ ਕਿ ਇਸ ਤਰ੍ਹਾਂ ਤਾਂ ਹੋਏਗਾ ਨਹੀਂ ਕਿ ਉਹਨਾਂ ਨੇ ਇਹ ਸੋਚ ਕੇ ਫਾਰਮ ਲਾਜ਼ ਬਣਾਏ ਹੋਣਗੇ। ਹਾਲਾਂਕਿ ਜਿਵੇਂ ਕਿਸਾਨ ਲੀਡਰ ਕਹਿੰਦੇ ਨੇ ਕਿ ਬਈ ਸਾਰਾ ਅੰਬਾਨੀ ਦੇ ਉਹਨੂੰ ਦੂਜੇ ਅਦਾਨੀ ਨੂੰ ਦੇਣਾ ਹੈ, ਬਟ ਦੈਟ ਇਟ ਡਜ਼ਨਟ ਵਰਕ ਲਾਈਕ ਦੈਟ। ਕੋਈ ਵੀ ਪੋਲੀਟੀਸ਼ੀਅਨ ਨਾ, ਪੋਲੀਟੀਸ਼ੀਅਨ ਦੇ ਦਾ ਮੇਨ ਗੱਲ ਕੀ ਹੈ ਡੈਮੋਕ੍ਰੇਸੀ ਦੀ, ਤੇ ਵਰਕ ਇਨ ਦੀ ਇੰਟਰਸਟ ਆਫ ਪੋਪੂਲੇਸ਼ਨਸ। ਉਹਨਾਂ ਨੇ ਵੀ ਕੁਝ ਸੋਚ ਕੇ ਹੀ ਬਣਾਏ ਹੋਣਗੇ। ਕਿਸੇ ਕੋਈ ਲਾਜ਼ ਦਾ ਲੌਂਗ ਟਰਮ ਰਿਜ਼ਲਟ ਪੋਜ਼ੀਟਿਵ ਆਉਂਦਾ, ਕਿਸੇ ਦਾ ਕਈ ਵਾਰੀ ਹੁਣ ਜਦੋਂ ਹੀਟਡ ਡਿਬੇਟ ਹੁੰਦੇ ਨੇ ਜਿਹੜੇ ਉਹਦੇ ਅਬੋਸ ਨੇ, ਉਹਦਾ ਜਿਹੜਾ ਇੱਕ ਨੈਗੇਟਿਵ ਹੋ ਸਕਦਾ, ਜੋ ਵਰਸ ਹੋ ਸਕਦਾ ਉਹਨੂੰ ਦੱਸਦਾ, ਤੇ ਬੈਸਟ ਸਿਨੈਰੀਓ ਜਿਹੜਾ ਕਰੰਟ ਸਿਸਟਮ ਦਾ ਜੋ ਇੱਕ ਬੈਸਟ ਪਾਰਟ ਉਹ ਦੱਸਦਾ। ਕਰੰਟ ਸਿਸਟਮ ਤੋਂ ਵੀ ਫਾਰਮਰ ਖੁਸ਼ ਨੇ। ਰਾਜੇਵਾਲ ਜੀ ਕਿਉਂ 50 ਸਾਲਾਂ ਤੋਂ ਅੰਦੋਲਨ ਕਰੀ ਜਾਂਦੇ ਹਰ ਸਾਲ? ਕੁਛ ਤੇ ਕਰੰਟ ਸਿਸਟਮ 'ਚ ਗੜਬੜ ਹੋਏਗੀ, ਕੁਛ ਤੇ ਚੇਂਜ ਕਰਨ ਦੀ ਲੋੜ ਸੀ। ਫਾਰਮਰ ਨੂੰ ਫਰੀडम ਦੇਣ ਦੀ ਗੱਲ ਹੋ ਹੀ ਰਹੀ ਸੀ, ਬਟ ਇਟ ਵਾਸ ਪ੍ਰੈਜ਼ੈਂਟਡ ਕਿ ਵੀ ਫਾਰਮਰ ਦੀ ਜ਼ਮੀਨ ਹੀ ਚਲੀ ਜਾਏਗੀ। ਸੋ ਮੈਨੀ ਥਿੰਗਸ ਵਿਚ ਵਰ ਨਾਟ, they lost control of the narrative। ਮੈਂ ਤਾਂ ਇੰਨਾ ਮੰਨਾਂਗਾ ਫਾਰਮ ਲਾਸ ਤੋਂ ਜ਼ਿਆਦਾ narrative they were not able to manage, which is important in democracy। ਖੈਰ ਅਸੀਂ ਆਪਣੇ ਮੁੱਦੇ ਤੇ ਰਹਿੰਦੇ, ਆਪਣੇ ਸੀਐਮ ਫੇਸਿਸ ਤੇ। ਐਂਡ ਲਾਸਟ ਬਟ ਨਾਟ ਦ ਲੀਸਟ, ਸੁਖਬੀਰ ਸਿੰਘ ਬਾਦਲ, ਵੈਰੀ ਸਿਗਨੀਫਿਕੈਂਟ ਤੇ ਇੰਨਾ ਲੰਬਾ ਐਕਸਪੀਰੀਅੰਸ ਐਂਡ ਦੀ ਓਨਲੀ ਰੀਜਨਲ ਪਾਰਟੀ ਆਫ ਪੰਜਾਬ। ਆਈ ਥਿੰਕ ਇਟਸ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ। Oh, that is very important। Sukhbir Badal has lot of positive check boxes right now। ਜੇ ਤੁਸੀਂ ਉਹਨਾਂ ਦੇ ਟਾਈਮ ਦੀ ਗੱਲ ਕਰੋ, ਦੀ ਕਾਈਂਡ ਆਫ ਇਨਵੈਸਟਮੈਂਟਸ ਦੈਟ ਵਰ ਮੇਡ, ਮੈਂ ਐਜੂਕੇਸ਼ਨ ਤੇ ਗੱਲ ਕਰਦਾ। ISB ਇੰਡੀਆ ਦਾ ਇੱਕ ਟੌਪ ਮੋਸਟ B ਸਕੂਲ ਉਸ ਟਾਈਮ ਤੇ ਆਇਆ ਹੈ ਨਾ, ਇੱਕ ਅੱਜ ਪ੍ਰੋਗਰੈਸਿਵ ਪੰਜਾਬ, ਹੀ ਸਟਾਰਟਡ ਇਟ ਜੀ। ਦ ਕਾਈਂਡ ਆਫ ਰੋਡ ਨੈਟਵਰਕ ਦੈਟ ਹੈਪਨ, ਆਈ ਥਿੰਕ ਉਹ ਸਾਰੇ ਮੰਨਦੇ ਨੇ। ਪਾਵਰ ਪਲਾਂਟ ਜਿਹੜੇ ਬਣੇ, ਇਹ ਉਹਨਾਂ ਦੇ ਪੋਜ਼ਿਟਿਵ। ਇੱਕ ਪੋਜ਼ਿਟਿਵ, ਬਾਕੀ ਗੱਲਾਂ ਤੇ ਵੀ ਆਵਾਂਗੇ ਆਪਾਂ, ਲੈਟਸ ਸਟਾਰਟ ਵਿਦ ਦੈਟ। ਐਂਡ ਹੀ ਕਮਸ ਫਰੋਮ a political family and he has huge experience, he deeply understands bureaucracy ji, he understands anticipated challenges। ਉਹ ਬੜੇ ਵਧੀਆ ਇੱਕ ਬੈਲੈਂਸ ਬਣ ਸਕਦੇ ਨੇ ਹਿੰਦੂ ਸਿੱਖ ਯੂਨਿਟੀ ਲਈ, ਜੋ ਬੀਜੇਪੀ ਨਾਲ ਉਹਨਾਂ ਦੀ ਅਲਾਈਅੰਸ ਰਹੀ ਹੈ। ਪੋਸਟ ਇਲੈਕਸ਼ਨ ਕੋਈ ਨਾ ਕੋਈ ਕਹਾਣੀ ਵਾ ਕੇ ਫਿਰ ਲੋਕ ਜੁੜ ਜਾਂਦੇ, ਕੁਛ ਕੋਈ ਇਹਨਾਂ ਦੀ ਕੀ ਹੱਜ ਨਹੀਂ ਜੁੜਾਂਗੇ। ਹਰ ਕੋਈ ਕਹਿੰਦਾ ਮੈਂ ਆਪਣੇ ਇਕੱਲੀ ਪਾਰਟੀ ਸਰਕਾਰ ਬਣਾ ਲੈਣੀ, ਫੇਅਰ ਇਨਫ, ਬਟ ਪ੍ਰੈਕਟੀਕਲ ਰਿਐਲਿਟੀਜ਼ 'ਚ ਉਹਨਾਂ ਨੇ ਕਹਿਣਾ ਜੀ ਦੇਸ਼ ਲਈ ਜੁੜ ਗਏ, ਪੰਜਾਬ ਲਈ ਜੁੜ ਗਏ, ਦੇਖਦੇ ਰਹੇ ਹਮੇਸ਼ਾ, ਹੈ ਨਾ। ਬਟ ਦੇਖੋ ਅਕਾਲੀ ਦਲ ਦੀ ਇੱਕ ਹਿਸਟਰੀ ਵੀ ਬੜੀ ਸਿਗਨੀਫਿਕੈਂਟ ਰਹੀ ਹੈ ਪੰਜਾਬ ਲਈ, ਦੇ ਹੈਵ ਮੇਡ ਸੈਕਰੀਫਾਈਸਿਸ, ਬਿਲਕੁਲ, ਹੈ ਨਾ। ਬਟ ਕਰਪਸ਼ਨ ਚਾਰਜਿਸ, ਲਾਸਟ ਟਾਈਮ ਦੇ ਲੋਸਟ ਇਲੈਕਸ਼ਨ ਬਿਕੋਜ਼ ਆਫ ਦਿਸ ਡਰੱਗਸ, ਹੈ ਨਾ। ਜਿਹੜੀ ਡਰੱਗ ਐਡਿਕਸ਼ਨ ਦੀ ਪ੍ਰੋਬਲਮ ਸੀ ਦੇਸ਼ ਆਪਣੇ ਪੰਜਾਬ ਸਟੇਟ ਦੇ ਵਿੱਚ, ਤੇ ਇੱਕ ਬਹੁਤ ਮੇਜਰ ਇਸ਼ੂ ਸੀ ਜੀ, ਤੇ ਕਾਂਗਰਸ ਵਾਸ ਸਪੋਜ਼ ਟੂ ਐਰੈਡੀਕੇਟ ਇਟ, ਬਟ ਇਟ ਹੈਜ਼ ਨਾਟ ਹੈਪਨ, ਬਿਲਕੁਲ, ਹੈ ਨਾ। ਤੇ ਉਹ ਸੋ ਉਹ ਕੁਐਸਚਨ ਹੁਣ ਕਿਸੇ ਕੋ ਨਹੀਂ ਰਿਹਾ ਕਿ ਬਈ ਡਰੱਗ ਪ੍ਰੋਬਲਮ ਵਾਸ ਬਿਕੋਜ਼ ਆਫ ਅਕਾਲੀਜ਼। ਲੋਕਾਂ ਦਾ ਇਹ ਇਲਜ਼ਾਮ ਸੀ ਕਿ ਦੇ ਆਰ part of the whole thing, so that thing, because even in Congress government nothing has stopped, in fact it has increased। apart from that investment ਆਨੀਆਂ ਬੰਦ ਹੋ ਗਈਆਂ, apart from that ਸਾਡੇ ਬੱਚੇ have kind of become disenchanted, right। under ਸੁਖਬੀਰ ਇੱਕ progressiveness ਦੀ ਇੱਕ ਗੱਲ ਤੇ ਚੱਲਦੀ ਪਈ ਸੀ, ਹੈ ਨਾ। he's a businessman also ਜੀ, right, so he understands how to run, he understands business environment, what kind of incentives are required। ਦੇਖੋ ਪੰਜਾਬ ਦੀ ਅਗੇਨ ਇਕਨੋਮਿਕ ਗਰੋਥ ਬਹੁਤ ਜ਼ਰੂਰੀ ਹੈ। ਜਦੋਂ ਇਕਨੋਮਿਕ ਗਰੋਥ ਹੁੰਦੀ ਹੈ ਨਾ, ਲੋਕਾਂ ਨੂੰ ਨੈਗੇਟਿਵ ਚੀਜ਼ਾਂ ਵੱਲ ਤੋੜਨਾ ਔਖਾ ਹੋ ਜਾਂਦਾ ਹੈ, ਪਰ ਜਦੋਂ ਪੰਜਾਬ ਦਾ ਯੂਥ ਵਿਹਲਾ ਹੀ ਹੋਣ ਲੱਗ ਪਏਗਾ, ਦੇ ਆਰ ਫੋਡਰ ਟੂ ਐਂਟੀ ਇੰਡੀਆ ਪੀਪਲ, ਐਂਟੀ ਪੰਜਾਬ ਪੀਪਲ ਲਈ ਫੋਡਰ ਬਣਦੇ ਨੇ। ਵਿਹਲਾ ਬੱਚਾ ਇੱਕ ਬਹੁਤ ਹੀ ਡੇਂਜਰਸ ਹੈ ਚੀਜ਼ ਹੈ, ਖਾਲੀ ਦਿਮਾਗ ਸ਼ੈਤਾਨ ਦਾ ਘਰ ਹੈ। ਸਾਡੇ ਬੱਚੇ ਵਧੀਆ ਪੋਜ਼ਿਟਿਵਲੀ ਇੰਗੇਜਡ ਹੋਣ, ਬੱਚੇ ਬਾਹਰ ਜਾ ਰਹੇ ਨੇ, ਸਾਡੇ ਪੰਜਾਬੀ ਬੱਚਿਆਂ ਦੀ ਸਿਚੁਏਸ਼ਨ ਉੱਥੇ ਵੀ ਵਧੀਆ ਨਹੀਂ ਹੈ ਜੀ, ਰਾਈਟ। ਤੇ ਇਹਨਾਂ ਸਾਰੀਆਂ ਪਰਸਪੈਕਟਿਵ ਨਾਲ ਹੀ ਹੈਜ਼ ਅ ਬਿਗ ਪਲੱਸ। ਤੇ ਆਫ ਲੇਟ ਲੋਟ ਆਫ ਪੋਜ਼ਿਟਿਵ
ਨਿਊਜ਼ ਰਿਗਾਰਡਿੰਗ ਹਿਮ ਐਂਡ ਆਪਾਂ ਔਨ ਗਰਾਊਂਡ ਜੇ ਸਰਵੇ ਵਗੈਰਾ ਕੀਤੇ ਨੇ, ਲੋਕਾਂ ਦੇ ਓਪੀਨੀਅਨ ਆਪਾਂ ਸ਼ੇਅਰ ਵੀ ਕਰਾਂਗੇ। ਲੋਟ ਆਫ ਪੀਪਲ ਆਰ ਸਟਾਰਟਿੰਗ ਟੂ ਫੀਲਿੰਗ ਡਿਸਇਨਚੈਂਟਡ ਵਿਦ ਆਲ ਦੀ ਅਦਰ ਆਪਸ਼ਨਸ ਐਂਡ ਕਮਿੰਗ ਬੈਕ ਟੂ ਇਟ ਟੂ ਹਿਮ, ਹੈ ਨਾ। ਤੇ ਇਹ ਸੁਖਬੀਰ ਬਾਦਲ ਮਾਈਟ ਬੀ ਦੀ ਨੈਕਸਟ ਸੀਐਮ। ਪਰ ਤੁਹਾਨੂੰ ਨਹੀਂ ਲੱਗਦਾ ਜਿਹੜੀ ਇਹ ਸ਼ੈਡੋ ਪ੍ਰਕਾਸ਼ ਸਿੰਘ ਬਾਦਲ ਦੀ ਹੈ ਉਹ 'ਚੋਂ ਇਹਨੂੰ ਨਿਕਲਣਾ ਪਏਗਾ, ਕਿਉਂਕਿ ਇਹ ਖੁਦ ਕਦੀ ਸੀਐਮ ਨਹੀਂ ਬਣੇ? ਦੇਖੋ ਅੱਜ ਦੀ ਡੇਟ 'ਚ ਪ੍ਰੈਕਟੀਕਲੀ even in the last government he was practically running the government, है ना। Badal Saab, he's too old now, yes, but he has been 5 times CM, he has not been a CM, है ना, but he has been a deputy CM, but practically no, he has been a de facto CM, बिल्कुल, है ना। ते बाकी उस when you are part of a big legacy ਉਸ ਸ਼ੈਡੋ ਤੋਂ ਨਿਕਲਣਾ ਮੁਸ਼ਕਿਲ ਤਾਂ ਹੁੰਦਾ ਹੀ ਹੈ, ਬਿਲਕੁਲ, ਹੈ ਨਾ। ਜੇ ਤੁਹਾਡੇ ਪੇਰੈਂਟਸ ਦੀ ਜਿੰਨੀ ਵੱਡੀ ਅਚੀਵਮੈਂਟ ਹੋਏਗੀ, ਤੁਹਾਡੇ ਤੇ ਇੱਕ ਪ੍ਰੈਸ਼ਰ ਹੁੰਦਾ ਹੀ ਹੈ ਕਿ ਬਈ ਆਈ ਹੈਵ to get out of it you have to do lot of things on your own, ਤੇ ਉਹ ਐਲੀਮੈਂਟ ਤੁਹਾਡਾ ਬਿਲਕੁਲ ਠੀਕ ਹੈ। ਉਹਨਾਂ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਵੀ on his own whether he is charismatic enough ਕਿ to rally ਕਰ ਪਾਏ, ਕਿਉਂਕਿ ਕੰਪੈਰੀਜ਼ਨ ਹਮੇਸ਼ਾ ਹੁੰਦਾ ਰਹੇਗਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਾ। ਹਾਂ, ਹੋਣਾ ਚਾਹੀਦਾ ਜੇ ਪੋਜ਼ਿਟਿਵਲੀ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ 'ਚੋਂ ਐਸਾ ਨਹੀਂ ਹੈ ਕਿ ਯੂ ਨੋ ਦੋਜ਼ ਵਰ ਦੀ ਪਰਫੈਕਟ ਟਾਈਮਸ, ਬਿਲਕੁਲ ਰਾਈਟ, ਉਹਨਾਂ 'ਚੋਂ ਬੈਸਟ ਚੀਜ਼ਾਂ ਲੈਣ, ਬਟ ਪ੍ਰਕਾਸ਼ ਸਿੰਘ ਬਾਦਲ ਵਾਜ਼ ਏਬਲ ਟੂ ਬ੍ਰਿੰਗ ਪੀਪਲ ਟੂਗੈਦਰ, ਰਾਈਟ। ਤੇ ਜੇ ਇਹ ਚੀਜ਼ ਹੀ ਹੈ ਕਰ ਪਾਉਣ ਜੀ, ਹਿੰਦੂ ਸਿੱਖ ਸਾਡੀ ਹਾਰਮਨੀ ਸਾਡੀ ਕਾਮਨ ਉਹਨੂੰ ਟੂਗੈਦਰ ਲੈ ਆਉਣ, ਇਹ ਹੀ ਆਪਣੇ ਆਪ 'ਚ ਪੰਜਾਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਕਿਉਂਕਿ ਇਹਦੇ ਨਾਲ ਬੜੀਆਂ ਪ੍ਰੋਬਲਮ ਸੋਲਵ ਹੋ ਜਾਂਦੀਆਂ। ਬਿਲਕੁਲ, ਬਟ ਦਿਸ ਟਾਈਮ ਉਹਨਾਂ ਨੂੰ ਕੈਟੇਗੋਰੀਕਲੀ ਇਹ ਪ੍ਰੂਵ ਕਰਨਾ ਪਏਗਾ ਕਿ ਉਹ ਡਰਗ ਪ੍ਰੋਬਲਮ ਨੂੰ ਸੋਲਵ ਕਰਨਗੇ, ਕਰ ਸਕਦੇ। ਇਹ ਇੱਕ ਮੇਜਰ ਚੀਜ਼ ਜੇ ਉਹ ਕਰ ਦੇਣ ਤੇ ਆਈ ਥਿੰਕ ਹੀ ਹੈਜ਼ ਅ ਹਿਊਜ ਫਿਊਚਰ। ਕੋਰਸ ਇਹ ਕਹਿਣ ਵਾਲੀ ਗੱਲ ਨਹੀਂ, ਹੈਜ਼ ਅ ਹਿਊਜ ਫਿਊਚਰ ਇਨ ਟਰਮਸ ਆਫ ਕਿ ਹੀ ਕੈਨ ਰੂਲ ਪੰਜਾਬ ਫॉर ਅ ਲੌਂਗ ਪੀਰੀਅਡ ਆਫ ਟਾਈਮ। ਕਾਫੀ ਦੇਰ ਤੱਕ ਉਹ ਪੰਜਾਬ ਦੇ ਰੂਲ ਜੇ ਉਹ ਆਪਣੇ ਇਸ ਚੀਜ਼ ਨੂੰ ਕਰ ਲੈਣ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਕਿਉਂਕਿ ਇੱਕ ਮੈਨੂੰ ਲੱਗਦਾ ਹੈ ਵੈਲਿਡ ਡਿਸਕਸ਼ਨ ਹੋਣੀ ਬਹੁਤ ਜ਼ਰੂਰੀ ਸੀ। ਇੰਨੇ ਜ਼ਿਆਦਾ ਇਸ ਵਾਰ ਸੀਐਮ ਕੈਂਡੀਡੇਟਸ ਨੇ, ਸੋ ਸ਼ਾਇਦ ਉਹ ਕਨਫਿਊਜ਼ਨ ਹੋ ਸਕਦੀ ਹੈ ਲੋਕਾਂ ਨੂੰ, ਜਿਹਦੇ ਕਰਕੇ ਮੈਨੂੰ ਲੱਗਦਾ ਹੈ ਇਹੋ ਜਿਹੀ ਆਬਜੈਕਟਿਵ ਗੱਲ ਉਹਨਾਂ ਦੇ ਅੱਗੇ ਰੱਖਣੀ ਬੜੀ ਜ਼ਰੂਰੀ ਸੀ। ਬੇਸਿਕਲੀ ਮੈਂ ਕਹਿਣਾ ਚਾਹ ਰਿਹਾ ਸੀ ਕਿ ਯੂ ਨੋ ਪਰਪਸ ਇਸ ਡਿਸਕਸ਼ਨ ਦਾ ਇਹ ਸੀ ਕਿ ਆਬਜੈਕਟਿਵਲੀ ਐਨਾਲਿਸਿਸ ਹੋਵੇ, ਰਾਈਟ, ਕਿ ਆਫ ਕੋਰਸ ਲੋਕਾਂ ਨੂੰ ਸਕਰੀਨ ਤੇ ਨਜ਼ਰ ਆਏਗਾ ਕਿ ਬਈ ਇਹ ਪੋਜ਼ਿਟਿਵ ਹੈ ਨੈਗੇਟਿਵ ਹੈ, ਜੋ ਵੀ ਸਾਡਾ ਐਨਾਲਿਸਿਸ ਹੋਇਆ ਦੇ ਮੇਕ ਬੈਟਰ ਡਿਸੀਜਨ ਜੀ, ਕਿਉਂਕਿ ਅਦਰਵਾਈਜ਼ ਸੋਸ਼ਲ ਮੀਡੀਆ ਦੇ ਕਾਰਨ ਉਹਨਾਂ ਦੇ ਪਾਰਟੀਆਂ ਦੇ ਆਪਣੇ ਆਈਟੀ ਸੈੱਲ ਦੇ ਕਾਰਨ ਐਵਰੀਥਿੰਗ ਗੈਟਸ ਕਨਫਿਊਜ਼ਡ, ਹੈ ਨਾ। ਸਹੀ ਡਿਸੀਜਨ ਲੈਣਾ ਅੱਜ ਸਾਡਾ ਐਜ਼ ਅ ਮੀਡੀਆ ਹਾਊਸ ਐਜ਼ ਪੰਜਾਬ ਟੁਡੇ ਦੀ ਮੇਜਰ ਰਿਸਪੌਂਸਿਬਿਲਿਟੀ ਕੀ ਹੈ? ਮੇਜਰ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਯੂ ਨੋ ਆਪਣੇ ਪੰਜਾਬੀਆਂ ਨੂੰ ਬੈਟਰ ਡਿਸੀਜਨ ਲੈਣ 'ਚ ਹੈਲਪ ਕਰ ਪਾਈਏ। ਇਹ ਜਿਹੜਾ ਕਲਟਰ ਹੈ, ਜਿਹੜੀ ਹਰ ਵੇਲੇ ਦੀ ਨੈਗੇਟਿਵ ਨਿਊਜ਼ ਹੈ ਜਿਹੜੀ ਉਹਨਾਂ ਨੂੰ ਪਰੇਸ਼ਾਨ ਕਰਦੀ, ਉਸ ਤੋਂ ਕੱਢੀਏ। ਤਾਂ ਉਹਨਾਂ ਨੇ ਕਿਹਾ ਇਹ ਡਿਸੀਜਨ ਹੈ, ਵੀ ਹੈਵ ਨੋ ਅਦਰ ਏਜੰਡਾ, ਹੈ ਨਾ। ਆਪਾਂ ਵੀ ਗੈਰ ਰਵਾਇਤੀ ਨਿਊਜ਼ ਚੈਨਲ ਹੈ, ਰਵਾਇਤੀ ਨਿਊਜ਼ ਚੈਨਲਾਂ ਨੇ ਤਾਂ ਜੋ ਕਰਨਾ ਸੀ ਕਰਤਾ। ਹੁਣ ਐਜ਼ ਅ ਗੈਰ ਰਵਾਇਤੀ, ਐਜ਼ ਅ ਨੋਨ ਟ੍ਰੈਡੀਸ਼ਨਲ ਮੀਡੀਆ ਹਾਊਸ, ਇਟ ਇਜ਼ ਆਰ ਰਿਸਪੌਂਸਿਬਿਲਿਟੀ ਕਿ ਅਸੀਂ ਸੱਚ ਦਿਖਾਈਏ, ਹੈ ਨਾ। ਅਸੀਂ ਆਬਜੈਕਟਿਵਿਟੀ ਲਿਆਈਏ, ਅਸੀਂ ਕਨਫਿਊਜ਼ਨ ਦੇ ਵਿੱਚ ਹੋਰ ਕਨਫਿਊਜ਼ਨ ਐਡ ਨਾ ਕਰੀਏ। ਆਪਾਂ ਇਹ ਨਾ ਕਹੀਏ ਕਿ ਬਈ ਸਾਰੇ ਚੰਗੇ ਨੇ ਜਾਂ ਸਾਰੇ ਮਾੜੇ ਨੇ, ਆਪਾਂ ਸਾਰਿਆਂ ਦੇ ਪਲੱਸ ਮਾਈਨਸ ਨੇ। that is how it should be compared ਜੀ, and then you make a choice। ਆਪਾਂ ਨਹੀਂ ਕਿਸੇ ਨੂੰ ਕਹਿ ਰਹੇ ਕਿ ਤੁਸੀਂ ਕਿਸੇ ਨੂੰ ਵੋਟ ਕਰੋ ਜਾਂ ਨਾ ਕਰੋ, you make your choices। ਇਹ ਮੇਰੇ ਖਿਆਲ ਅੱਜ ਦੇ ਯੂ ਨੋ ਮੀਡੀਆ ਹਾਊਸ ਦਾ ਰੋਲ ਹੋਣਾ ਚਾਹੀਦਾ। ਮੀਡੀਆ ਇਜ਼ ਦੀ 4th ਪਿਲਰ ਆਫ ਡੈਮੋਕ੍ਰੇਸੀ। ਬਿਲਕੁਲ, ਹੁਣ ਡੈਮੋਕ੍ਰੇਸੀ ਚੇਂਜ ਹੋ ਰਹੀ ਹੈ ਵਿਦ ਦੀ ਅਟੈਕ ਆਫ ਸੋਸ਼ਲ ਮੀਡੀਆ। ਡੈਮੋਕ੍ਰੇਸੀ ਆਪਣੇ ਆਪ ਹੀ ਅੰਦਰ ਇੱਕ ਥ੍ਰੈਟ ਹੈ, ਤੇ ਹੁਣ ਇੱਕ ਸਾਨੂੰ ਵੀ ਆਪਣੇ ਆਪ ਨੂੰ ਐਜ਼ ਜਰਨਲਿਸਟ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ ਕਿ ਅਸੀਂ ਇਸ ਨਵੇਂ ਜਿਹੜੀ ਪਾਵਰ ਮਿਲੀ ਆ, ਲੋਕਾਂ ਤੋਂ ਜ਼ਿਆਦਾ ਪੋਲੀਟੀਸ਼ੀਅਨਸ ਨੂੰ ਪਾਵਰ ਮਿਲ ਗਈ ਹੈ ਇਸ ਦੇ ਥਰੂ, ਉਸ ਪਾਵਰ ਨੂੰ ਕਿਵੇਂ ਹੈਂਡਲ ਕਰੀਏ। ਕਿਉਂਕਿ ਮਿਲੀਅਨ ਵੌਇਸਿਸ, ਜੇ ਤੁਸੀਂ ਮਿਲੀਅਨ ਵਾਰੀ ਝੂਠ ਬੋਲੋਗੇ ਉਹ ਸੱਚ ਲੱਗਣ ਲੱਗ ਪੈਂਦਾ। ਨਾਓ these social media channels are given million voices to these politicians, ਵੱਡੀਆਂ ਵੱਡੀਆਂ ਟੀਮਾਂ ਉਹਨਾਂ ਦੀਆਂ ਬੈਠੀਆਂ। ਸੋ ਇਟ ਇਜ਼ ਆਰ ਰੋਲ ਕਿ ਅਸੀਂ ਸੱਚ ਦੇ ਉੱਤੇ ਟਿਕੇ ਰਹੀਏ ਤੇ ਐਮਪੈਰੀਕਲੀ ਪ੍ਰੂਵ ਕਰ ਦਈਏ ਜੀ ਇਹ ਪਲੱਸ ਹੈ ਤੇ ਇਹ ਮਾਈਨਸ ਹੈ, ਯੂ ਮੇਕ ਯੋਰ ਕਾਲ। ਬਿਲਕੁਲ ਜੀ, ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ, ਅਸੀਂ ਉਹ 'ਚ ਡੁੱਬਦੇ ਜਾ ਰਹੇ ਹਾਂ, ਪਰ ਸ਼ਾਇਦ ਨੌਲੇਜ ਇਨਫ ਨਹੀਂ ਮਿਲਦੀ ਹੈ। ਇਨਫੋਰਮੇਸ਼ਨ ਡੁਬਾਈ ਹੀ ਦਿੱਲੀ ਦਿੱਤੀ ਜਾ ਰਹੀ ਹੈ, ਯੂਜ਼ਲੈਸ ਇਨਫੋਰਮੇਸ਼ਨ ਸੁੱਟੀ ਜਾ ਰਹੀ ਹੈ ਤਾਂ ਕਿ ਤੁਸੀਂ ਉਸ 'ਚ ਡੁੱਬੋ। ਉਹ 'ਚੋਂ ਹੀ ਅਸੀਂ ਆਪਣੇ ਲੋਕਾਂ ਨੂੰ ਆਪਣੇ ਕੱਢਣਾ, ਪੰਜਾਬੀਆਂ ਨੂੰ। ਐਂਡ ਦਿਸ ਇਨਫੋਰਮੇਸ਼ਨ ਸ਼ੁੱਡ ਇਟ ਇੰਪੈਕਟਸ ਨਾਟ ਜਸਟ ਪੀਪਲ ਇਨ ਪੰਜਾਬ। ਇੰਨੇ ਪੰਜਾਬੀ ਸਾਡੇ ਪੰਜਾਬੀ ਭਰਾ ਪੂਰੇ ਗਲੋਬ 'ਚ ਆਪਾਂ ਛਾਏ ਹੋਏ ਹਾਂ, ਹੈ ਨਾ। ਸੋ ਵੀ ਹੈਵ ਟੂ ਗਿਵ ਦੈਟ ਇਨਫੋਰਮੇਸ਼ਨ ਟੂ ਦੈਮ ਆਲਸੋ। ਸੋ ਇਸੇ ਤਰ੍ਹਾਂ ਦੀ ਡਿਸਕਸ਼ਨਸ, ਐਨਾਲਿਸਿਸ ਤੇ ਇੰਪੈਰੀਕਲ ਐਵੀਡੈਂਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਸ ਤੁਹਾਡੇ ਲਈ ਪੇਸ਼ ਕਰਦੇ ਰਵਾਂਗੇ। ਤੁਸੀਂ ਜੁੜੇ ਰਹੋ ਪੰਜਾਬ ਟੁਡੇ ਦੇ ਨਾਲ। ਸਤਿ ਸ਼੍ਰੀ ਅਕਾਲ।